नेक्स्ट टॉपिक आ अपने को बर्नौली थ्योरम्स। ਜਿਹੜਾ ਪੁੱਤ ਪਿਛਲੇ ਚੈਪਟਰ ਦੇ ਵਿੱਚ ਇੱਕ ਟੌਪਿਕ ਕੀਤਾ ਸੀ ਆਪਾਂ ਏਸੈਂਟ ਫਾਰਮੂਲਾ, ਤੇ ਮੈਂ ਅੱਗੇ ਵੀ ਗੱਲ ਕੀਤੀ ਸੀਗੀ, ਫੇਰ ਇੱਕ ਵਾਰੀ ਉਹੀ ਗੱਲ ਕਹਿ ਰਿਹਾ। ਇੱਕ ਚੀਜ਼ ਦਾ ਧਿਆਨ ਰੱਖਿਓ, ਇਹਦੇ 7th B ਦੇ ਵਿੱਚੋਂ ਏਸੈਂਟ ਫਾਰਮੂਲਾ ਤੇ ਇੱਕ ਐਕਸੈਸ ਪ੍ਰੈਸ਼ਰ ਇਨਸਾਈਡ ਲਿਕੁਇਡ ਡ੍ਰੌਪ ਔਰ ਸੋਪ ਬਬਲ ਤੇ ਤੀਜਾ ਬਰਨੌਲੀ ਥਿਓਰਮ। ਠੀਕ ਹੈ, ਇਹ ਤਿੰਨ ਟੌਪਿਕ ਦੇ ਵਿੱਚੋਂ ਡੈਫੀਨੇਟ ਤੁਹਾਨੂੰ ਪੇਪਰ ਦੇ ਅੰਦਰ ਜਿਹੜਾ ਵਾ ਉਹ ਸਬਜੈਕਟਿਵ ਵਾਲੇ ਪਾਰਟ ਦੇ ਅੰਦਰ ਕੁਐਸਚਨ ਆਣਾ ਹੀ ਆਣਾ ਵਾ। ਠੀਕ ਹੈ, मतलब एसेंट फॉर्मूला आ जाए या बर्नौली थ्योरम आ जाए, ये दोनों के दोनों क्वेश्चन जिहड़े ने वो इक्वली इंपॉर्टेंट हैगे आ। ठीक है, तो दूजा जिहड़ा हैगा 7B दे विचों एक्सैस प्रैशर इनसाइड लिक्विड ड्रॉप या सो बबल, उन्हां दोनों दे विचों एक कोई, वो दोनों बराबर दे कहना जी टॉपिक हैगे ने। इन्हां चों तिन्नां चारां दे विचों जरूर है कि भी कोई क्वेश्चन आना ही आना वा तुहानूं डेफिनेटली। ठीक है, इसलिए समय भी ध्यान नाल लियो। बर्नौली थ्योरम जे डिफाइन करे तो किहनूं कहने पे आपां कहना पुत्र, according to the Bernoulli theorem, the sum total of pressure energy, एक न्यू एनर्जी नु ऐड करते पे आपां, ठीक है, which is to be called as the pressure energy and kinetic energy and potential energy per unit mass of a given liquid passing through a tube, energy is always remain constant। ਅਸੀਂ ਇਹ ਕਹਿੰਦੇ ਪਏ ਕਿ ਵੀ ਤੁਹਾਡੇ ਕੋਲ ਐਸ ਸੱਚ ਤਿੰਨ ਡਿਫਰੈਂਟ ਫਾਰਮ એનર્ਜੀ ਦੀ ਆਪਾਂ ਲੈ ਰਹੇ ਹਾਂ। ਇੱਕ ਅਸੀਂ ਕਹਿੰਦੇ ਤੁਹਾਡੇ ਕੋਲ ਪ੍ਰੈਸ਼ਰ એનર્ਜੀ ਹੋਏਗੀ ਲਿਕੁਇਡ ਦੀ, ਇੱਕ ਤੁਹਾਡੇ ਕੋਲ ਕਿਨੈਟਿਕ એનર્ਜੀ ਹੋਏਗੀ ਔਰ ਇੱਕ ਤੁਹਾਡੇ ਕੋਲ ਪੋਟੈਂਸ਼ੀਅਲ એનર્ਜੀ ਹੋਏਗੀ। ਇਹਦੇ ਪਰ ਯੂਨਿਟ ਮਾਸ ਦੀ ਵੈਲਿਊ, ਠੀਕ ਹੈ, ਕਿਸੇ ਵੀ ਕ੍ਰਾਸ ਸੈਕਸ਼ਨ ਦੇ ਅਕ੍ਰੋਸ ਜਦੋਂ ਕੋਈ ਲਿਕੁਇਡ ਕਿਸੇ ਪਾਈਪ ਚੋਂ ਫਲੋ ਕਰੇਗਾ, ਕਿਸੇ ਵੀ ਕ੍ਰਾਸ ਸੈਕਸ਼ਨ ਦੇ ਅਕ੍ਰੋਸ ਇਹਦੀ ਟੋਟਲ એનર્ਜੀ ਦੀ ਅਮਾਉਂਟ ਜਿਹੜੀ ਹੋਏਗੀ that always remain conserved। ठीक है, आप इस चीज को इधर एक्सप्लेन कर दें कि जे आ मान लो मेरे को कोई पाइप गिवन है, ठीक है, इस पाइप के थ्रू कोई लिक्विड फ्लो करता पाया, कहना जी जब इस पाइप के थ्रू कोई लिक्विड फ्लो करता पाया, कहना जी तुसी इहदा आ मान लो कि ग्राउंड लैवल तो, ठीक है, आ ग्राउंड लैवल तो ਇਹਦੇ ਦੋਨੇ ਕਹਿੰਦਾ ਜੀ ਜਿਹੜੇ ਕ੍ਰਾਸ ਸੈਕਸ਼ਨ ਦੇ ਐਂਡ ਨੇ, ਟਿਊਬ ਦੇ ਜਿਹੜੇ ਦੋਨੋਂ ਐਂਡ ਨੇ, ਇਹਨਾਂ ਦੇ ਵਿੱਚ ਹਾਈਟ ਦਾ ਕੋਈ ਡਿਫਰੈਂਸ ਆ, ਇਹਨਾਂ ਦੋਨਾਂ ਦੇ ਵਿੱਚ ਹਾਈਟ ਦਾ ਕੁਝ ਡਿਫਰੈਂਸ ਹੋਏਗਾ ਤੇ ਇਤੋਂ ਫਲੋ ਕਰਨ ਵਾਲੇ ਲਿਕੁਇਡ ਦੀ ਵੈਲੋਸਿਟੀ ਮੰਨ ਲਓ v1 ਆ, ਇਤੋਂ ਬਾਹਰ ਨਿਕਲਣ ਵਾਲੇ ਲਿਕੁਇਡ ਦੀ ਵੈਲੋਸਿਟੀ v2 ਆ, ਇੱਥੇ ਟਿਊਬ ਦਾ ਏਰੀਆ ਆਫ ਕ੍ਰਾਸ ਸੈਕਸ਼ਨ a1 ਆ, ਇੱਥੇ ਟਿਊਬ ਦਾ ਏਰੀਆ ਆਫ ਕ੍ਰਾਸ ਸੈਕਸ਼ਨ a2 ਆ, इतने लिक्विड की डेंसिटी ρ1 आ, इतने लिक्विड की डेंसिटी ρ2 आ। ठीक है, वो कहना जी जिन्नी टोटल अमाउंट ऑफ एनर्जी है ना, जिहदे विच प्रैशर एनर्जी, किनेटिक एनर्जी एंड पोटेंशियल एनर्जी, जिन्नी टोटल एनर्जी आ मेरे को कहना जी क्रॉस सैक्शन ए दे उत्ते होएगी, जिन्नी टोटल एनर्जी आ एंड ए ते होएगी ते जिन्नी टोटल एनर्जी आ एंड बी ते होएगी, है ना। ਤੇ ਇਹ ਜਿੰਨੀ ਟੋਟਲ એનર્ਜੀ ਕਿਸੇ ਹੋਰ ਕ੍ਰਾਸ ਸੈਕਸ਼ਨ ਚੋਂ ਲਿਕੁਇਡ ਦੇ ਨਿਕਲਣ ਲੱਗੇ ਹੋਏਗੀ, ਹਰ ਕ੍ਰਾਸ ਸੈਕਸ਼ਨ ਦੇ ਉੱਤੇ ਟੋਟਲ ਅਮਾਉਂਟ ਆਫ એનર્ਜੀ ਦੀ ਵੈਲਿਊ ਜਿਹੜੀ ਆ ਉਹ ਕਹਿੰਦਾ ਜੀ ਕੰਜ਼ਰਵ ਹੋਏਗੀ। क्या इतनी गल समझ लग रही? Yes, sir. Yes, sir. Yes. चल, सो ਅਸੀਂ ਡਿਫਾਈਨ ਹੀ ਕਰਦੇ ਪਏ ਕਿ ਵੀ ਕਹਿੰਦਾ ਜੀ ਅਕੋਰਡਿੰਗ ਟੂ ਦਾ ਬਰਨੌਲੀ ਥਿਓਰਮ, कहना जी टोटल ऑफ द प्रेशर एनर्जी, किनेटिक एनर्जी एंड पोटेंशियल एनर्जी पर यूनिट मास, ठीक है, पर यूनिट मास एट एवरी क्रॉस सेक्शन ऑफ द कहना जी गिवन पाइप ऑलवेज रिमेन कांस्टेंट व्हेन द लिक्विड विल फ्लो थ्रू द पाइप। ਹੁਣ ਇਹਦੇ ਨੂੰ ਪ੍ਰੂਵ ਕਰਨ ਵਾਸਤੇ ਆਪਾਂ ਜਿਹੜੀ ਕੰਡੀਸ਼ਨ ਲਗਾ ਰਹੇ ਹਾਂ, ਜਿਹੜੀ ਅਸੰਪਸ਼ਨ ਲਗਾ ਰਹੇ ਹਾਂ, ਉਹ ਇਹ ਹੋਏਗੀ ਕਿ ਜਿਹੜਾ ਸਾਡੇ ਕੋਲ ਲਿਕੁਇਡ ਫਲੋ ਕਰਦਾ ਪਿਆ ਉਹ ਆਈਡੀਅਲ ਲਿਕੁਇਡ ਆ। ਆਈਡੀਅਲ ਲਿਕੁਇਡ ਸੀ ਕਿ ਅਸੀਂ ਸਟ੍ਰੀਮਲਾਈਨ ਲਿਕੁਇਡ ਨੂੰ, ਆਈਡੀਅਲ ਲਿਕੁਇਡ ਦੀ ਪ੍ਰੋਪਰਟੀ ਇਹ ਆ ਕਿ ਆਈਡੀਅਲ ਲਿਕੁਇਡ ਮੇਰਾ ਜਿਹੜਾ ਹੋਏਗਾ ਉਹ ਇਨਕੰਪਰੈਸਿਬਲ ਹੋਏਗਾ। ਇਨਕੰਪਰੈਸਿਬਲ ਦਾ ਮਤਲਬ ਦੱਸਿਆ ਸੀਗਾ ਕਿ ਕ੍ਰਾਸ ਸੈਕਸ਼ਨ ਦੇ ਡਿਕਰੀਜ਼ ਕਰਨ ਦੇ ਨਾਲ ਕਿਸੇ ਵੀ ਮੂਵਮੈਂਟ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਦੀ ਡੈਂਸਿਟੀ ਜਿਹੜੀ ਉਹ ਵੇਰੀ ਕਰੇਗੀ,
ਮਤਲਬ ਇੱਥੇ ρ1 ਇੱਥੇ ρ2 ਦੀ ਵੈਲਿਊ ਜਿਹੜੀ ਆ ਹਨਾ ਉਹ ਮੇਰੇ ਕੋਲ ਹਰ ਥਾਂ ਤੇ ਸੇਮ ਆ। ਲਿਕੁਇਡ ਦੀ ਡੈਂਸਿਟੀ ਵੇਰੀ ਨਹੀਂ ਕਰ ਰਹੀ ਕ੍ਰਾਸ ਸੈਕਸ਼ਨ ਦੇ ਡਿਕਰੀਜ਼ ਕਰਨ ਨਾਲ। ਇਹ ਨਹੀਂ ਹੋਏਗਾ ਕਿ ਕ੍ਰਾਸ ਸੈਕਸ਼ਨ ਡਿਕਰੀਜ਼ ਕਰ ਰਿਹਾ ਤੇ ਲਿਕੁਇਡ ਕੰਪਰੈਸ ਹੋ ਕੇ ਆਪਣੀ ਡੈਂਸਿਟੀ ਚੇਂਜ ਕਰਾ ਰਿਹਾ। ਅਸੀਂ ਇਹਦੇ ਅੰਦਰ ਇਹ ਮੰਨਿਆ ਕਿ ਲਿਕੁਇਡ ਇਨਕੰਪਰੈਸਿਬਲ ਆ, ਲਿਕੁਇਡ ਇਨਕੰਪਰੈਸਿਬਲ ਆ ਤੇ ਦੂਜੀ ਪ੍ਰੋਪਰਟੀ ਇਹ ਮੰਨਦੇ ਪਏ ਕਿ ਲਿਕੁਇਡ ਮੇਰਾ ਨਾਨ ਵਿਸਕਸ ਆ। ਮਤਲਬ ਫ੍ਰਿਕਸ਼ਨਲ ਫੋਰਸਿਸ ਦੇ ਅਗੇਂਸਟ ਲਿਕੁਇਡ ਨੇ ਤੇ ਮੂਵ ਕਰਨ ਵਾਸਤੇ ਕੋਈ એનર્ਜੀ ਲਾਸ ਨਹੀਂ ਕਰਨੀ ਪਏਗੀ। और लिक्विड इनकंप्रेसिबल मीन डेंसिटी ਉਹਦੀ ਇਕੁਅਲ ਆ। क्या दोनों प्रॉपर्टी क्लियर आ? Yes, sir. Yes, sir. Yes, sir. ਹੁਣ ਆਪਾਂ ਜੇ ਡਿਫਾਈਨ ਕਰੀਏ ਤਾਂ ਆਪਾਂ ਇਹ ਕਹਿੰਦੇ ਪਏ ਹੁਣ ਜਦੋਂ ਇਥੋਂ ਲਿਕੁਇਡ ਤੁਹਾਡਾ ਕਹਿੰਦਾ ਜੀ ਫਲੋ ਕਰਕੇ ਅਪਵਰਡ ਡਾਇਰੈਕਸ਼ਨ ਚ ਅਸੀਂ ਕਹਿੰਦੇ ਜਾ ਰਿਹਾ ਤੇ ਬਤ ਉਹ ਚ ਦੋ ਚੀਜ਼ ਜਿਹੜੀਆਂ ਚੀਜ਼ਾਂ ਨੇ ਇਨਵੋਲਵਡ ਹੋ ਰਹੀਆਂ। ਤੁਸੀਂ ਇਥੋਂ ਲਿਕੁਇਡ ਨੂੰ ਜੇ ਅਪਵਰਡ ਰੇਜ਼ ਕਰਨਾ ਇਟ ਮੀਨਸ ਕਹਿੰਦਾ ਜੀ ਸਮ ਵਰਕ ਹੈਜ਼ ਟੂ ਬੀ ਡਨ, some work has to be done in lifting the liquid। ਆਪਾਂ ਸ਼ੋ ਤੇ ਕੀਤਾ ਕਿ ਵੀ ਇਧਰ ਹਾਈਟ h1 ਆ, ਇਧਰ ਜੇ ਹਾਈਟ ਉਹਦੀ ਰੇਜ਼ ਹੁੰਦੀ ਪਈ ਆ ਲਿਕੁਇਡ ਦੀ ਮਤਲਬ ਪਾਈਪ ਜਿਹੜੀ ਉਹ ਇਸ ਵੇ ਨਾਲ ਉੱਪਰ ਨੂੰ ਜਾਂਦੀ ਪਈ ਆ ਕਿਸੇ ਮਾਊਂਟੇਨ ਤੇ ਮੰਨ ਲਓ ਪਾਈਪ ਚੜਦੀ ਪਈ, ਠੀਕ ਹੈ, ਤੇ ਉਹਦੇ ਵਿੱਚ ਲਿਕੁਇਡ ਨੂੰ ਅਪਵਰਡ ਰੇਜ਼ ਕਰਨ ਲਈ ਕਹਿੰਦਾ ਜੀ some work has to be done। ਅਸੀਂ ਮੰਨਦੇ ਪਏ ਕਿ ਜਿਹੜਾ ਇਸ ਐਂਡ ਤੇ ਲਿਕੁਇਡ ਦਾ ਪ੍ਰੈਸ਼ਰ ਆ ਉਹ P1 ਆ ਤੇ ਜਿਹੜਾ ਇਸ ਐਂਡ ਤੇ ਲਿਕੁਇਡ ਦਾ ਪ੍ਰੈਸ਼ਰ ਉਹ P2 ਆ। ਤੇ ਜੇ ਲਿਕੁਇਡ ਇਸ ਐਂਡ ਤੋਂ ਉੱਪਰ ਨੂੰ ਜਾਂਦਾ ਪਿਆ ਤੇ ਇਹਦਾ ਮਤਲਬ ਇਹ ਹੋਏਗਾ ਕਿ ਇਸ ਐਂਡ ਤੇ ਲਿਕੁਇਡ ਦਾ ਪ੍ਰੈਸ਼ਰ ਜ਼ਿਆਦਾ ਹੋਏਗਾ, ਇਸ ਐਂਡ ਤੇ ਲਿਕੁਇਡ ਦਾ ਪ੍ਰੈਸ਼ਰ ਜ਼ਿਆਦਾ ਹੋਏਗਾ ਐਸ ਕੰਪੇਅਰ ਟੂ ਦਾ ਕਹਿੰਦਾ ਜੀ ਅਦਰ ਐਂਡ। ਕਿਉਂਕਿ ਜੇ ਪਿੱਛੋਂ ਪ੍ਰੈਸ਼ਰ ਲਿਕੁਇਡ ਦਾ ਹੋਏਗਾ, ਜੇ ਦੋਨਾਂ ਟਿਊਬ ਦੇ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਹੋਏਗਾ ਓਨਲੀ ਦੈਨ ਦਾ ਲਿਕੁਇਡ ਵਿਲ ਮੂਵ ਇਨ ਦਾ ਫਾਰਵਰਡ ਡਾਇਰੈਕਸ਼ਨ। ਤੇ ਫਿਰ ਲਿਕੁਇਡ ਨੂੰ ਫਾਰਵਰਡ ਮੂਵ ਕਰਨ ਵਾਸਤੇ ਜਿਹੜਾ ਬੈਕ ਐਂਡ ਤੇ ਪ੍ਰੈਸ਼ਰ ਚਾਹੀਦਾ ਉਹ ਮੇਰੇ ਕੋਲ ਜ਼ਿਆਦਾ ਹੋਣਾ ਚਾਹੀਦਾ। ਹੁਣ ਉਹਦੇ ਬਿਹਾਫ ਦੇ ਉੱਤੇ ਕਹਿੰਦਾ ਜੀ ਇੱਥੇ ਕੈਲਕੂਲੇਟ ਕਰੋ ਲਿਕੁਇਡ ਦੇ ਅੰਦਰ ਮੇਰੇ ਕੋਲ ਜਿਹੜੇ ਪ੍ਰੈਸ਼ਰ ਦੀ ਫਾਰਮ ਚ ਲਿਕੁਇਡ ਦਾ ਵਰਕ ਕਿੰਨਾ ਕਰਨਾ ਪੈਂਦਾ ਤੇ ਇਸ ਐਂਡ ਤੱਕ ਪਹੁੰਚਦੇ ਪਹੁੰਚਦੇ ਲਿਕੁਇਡ ਦਾ ਕਹਿੰਦਾ ਜੀ ਪ੍ਰੈਸ਼ਰ ਦੀ ਫਾਰਮ ਚ ਵਰਕ ਕਿੰਨਾ ਪੈਂਦਾ। ਜੋ ਦੋਨਾਂ ਐਂਡ ਦੇ ਵਿੱਚ ਪ੍ਰੈਸ਼ਰ ਦੀ ਫਾਰਮ ਚ ਵਰਕ ਡਨ ਦਾ ਡਿਫਰੈਂਸ ਆਏਗਾ, ਠੀਕ ਹੈ ਜੀ, ਉਹਨਾਂ ਨੈਟ ਵਰਕ ਲਿਕੁਇਡ ਦੇ ਉੱਤੇ ਅਸੀਂ ਕਰਕੇ ਲਿਕੁਇਡ ਨੂੰ ਹਾਈਟ ਦਿੰਨੇ ਪਏ ਤੇ ਲਿਕੁਇਡ ਨੂੰ ਅਸੀਂ ਕਹਿੰਦਾ ਜੀ ਐਸ ਐਚ ਫਲੋ ਦਿੰਨੇ ਪਏ ਮੀਨ ਮੋਸ਼ਨ ਦਿੰਨੇ ਪਏ। क्या इन्हीं गल समझ लगी? Yes, sir. Yes, sir. ਸ਼ੁਰੂ ਨੇ ਇਤੋਂ ਕਰ ਰਹੇ ਕਿ ਜਦੋਂ ਲਿਕੁਇਡ ਇਸ ਐਂਡ ਤੋਂ ਮੂਵ ਕਰਨਾ ਸ਼ੁਰੂ ਕਰਦਾ, ਠੀਕ ਹੈ ਜੀ, ਉਹਦਾ ਐਸਐਚ ਕੈਲਕੂਲੇਟ ਕਰੋ ਸਾਡੇ ਕੋਲ ਕਿੰਨਾ ਵੋਲਿਊਮ ਪਰ ਸੈਕਿੰਡ ਜਿਹੜਾ ਉਹ ਫਲੋ ਕਰਦਾ ਪਿਆ। ਆਪਾਂ ਇਹਦੇ ਵਿੱਚ ਡਿਪੈਂਡ ਕਰੇ we know that volume of liquid volume of liquid pushed into the volume of liquid pushed into the pipe, ठीक है, ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਕਿਸੇ ਥਾਂ ਤੇ ਮੇਰੇ ਕੋਲ A ਆ ਤੇ ਜਿਹੜਾ ਲਿਕੁਇਡ ਦੇ ਅੰਦਰ ਡਿਸਟੈਂਸ ਕਵਰ ਕਰਦਾ ਪਿਆ ਫਾਰਵਰਡ ਜਾਣ ਵਾਸਤੇ ਉਸ ਡਿਸਟੈਂਸ ਨੂੰ ਜੇ ਮੈਂ x ਮੰਨ ਲਵਾਂ ਤੇ ਏਰੀਆ ਇਨਟੂ ਡਿਸਟੈਂਸ ਮੇਰਾ ਵੋਲਿਊਮ ਬਣ ਜੂ, ਏਰੀਆ ਇਨਟੂ ਡਿਸਟੈਂਸ ਵੋਲਿਊਮ ਆ ਜੂ। Yes, sir. Yes, sir. और ये तो ਆਪਾਂ ਮਾਸ ਬਣਾ ਦਈਏ ਲਿਕੁਇਡ ਦਾ ਨਾ ਮਾਸ ਆਫ ਲਿਕੁਇਡ ਪਹਿਲਾਂ ਇੱਕ ਵਾਰੀ ਜਨਰਲ ਟਰਮ ਲਿਖ ਲਾਂਗੇ ਫਿਰ ਦੋਨਾਂ ਕ੍ਰਾਸ ਸੈਕਸ਼ਨ ਤੇ ਡਿਫਾਈਨ ਕਰ ਦਾਂਗੇ ਬੇਟਾ। ਮਾਸ ਆਫ ਲਿਕੁਇਡ ਫਲੋ ਅਕ੍ਰੋਸ ਦਾ ਪਾਈਪ, ਮਾਸ ਆਫ ਲਿਕੁਇਡ ਫਲੋ ਅਕ੍ਰੋਸ ਦਾ ਪਾਈਪ ਵੋਲਿਊਮ ਇਨਟੂ ਡੈਂਸਿਟੀ ਕਰ ਦੋ। ਸੋ ਆਪਣੇ ਕੋਲ ਮਾਸ ਆਫ ਦਾ ਲਿਕੁਇਡ ਦੀ ਵੈਲਿਊ ax ਰੋ ਆ ਜਾਏਗੀ एनी टाइम क्लियर है जी? Yes, sir. ਹੁਣ ਜਦੋਂ ਇਨਾ ਲਿਕੁਇਡ ਤੁਸੀਂ ਕਹਿੰਦੇ ਜੀ ਐਸਐਚ ਫਾਰਵਰਡ ਡਾਇਰੈਕਸ਼ਨ ਚ ਪੁਸ਼ ਕਰਨਾ ਵਾ ਲੈ ਕੇ ਚੱਲਣਾ ਹਨਾ। ਚਲੋ ਜੀ ਕੰਟੀਨਿਊ ਕਰਾਂ। ਸੋ ਇੱਥੇ ਤੱਕ ਜਿਹੜੀ ਟਰਮ ਬਣਦੀ ਪਈ ਆਪਣੇ ਕੋਲ ਮਾਸ ਆਫ ਦਾ ਲਿਕੁਇਡ ਆ ਗਿਆ ਜਿਹੜਾ ਪਾਈਪ ਦੇ ਥਰੂ ਫਲੋ ਕਰਦਾ ਪਿਆ ਤੇ ਮੈਂ ਇਹਦੀ ਸਟੇਟਮੈਂਟ ਦੇ ਵਿੱਚ ਜਿਹੜੇ ਵਰਡ ਬੋਲੇ ਉਹਦੀ ਇੱਕ ਵਾਰੀ ਗੱਲ ਦੁਬਾਰਾ ਰਿਪੀਟ ਕਰ ਰਿਹਾ। ਜੋ ਪ੍ਰੂਵ ਕਰਨਾ ਉਹਦੇ ਚ ਆਪਣੇ ਕੋਲ ਤਿੰਨ ਫਾਰਮ ਚ એનર્ਜੀ ਆਣੀ ਆ ਤੇ ਉਹਦੀ ਅਸੀਂ ਸਟੇਟਮੈਂਟ ਚ ਵਰਡ ਦਿੰਨੇ ਪਏ ਕਿਸੇ ਵੀ ਪਾਈਪ ਦੇ ਕਿਸੇ ਕ੍ਰਾਸ ਸੈਕਸ਼ਨ ਦੇ ਵਿੱਚੋਂ ਜਦੋਂ ਲਿਕੁਇਡ ਫਲੋ ਕਰੇਗਾ ਉਹਦੀ ਲਿਕੁਇਡ ਦੀ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਕਿੰਨਾ
ਉਹਦਾ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਕਿੰਨਾ, ਠੀਕ ਹੈ। ਦੂਜਾ ਉਹਦੀ ਕਿਨੈਟਿਕ એનર્ਜੀ ਪਰ ਯੂਨਿਟ ਮਾਸ, ਮਤਲਬ ਗਿਵਨ ਲਿਕੁਇਡ ਦੇ ਮਾਸ ਦੇ ਅੰਦਰ ਮੇਰੇ ਕੋਲ ਕਿੰਨੀ ਕਿਨੈਟਿਕ એનર્ਜੀ ਆ, ਕਿੰਨੀ ਪੋਟੈਂਸ਼ੀਅਲ એનર્ਜੀ ਆ, ਤੇ ਗਿਵਨ ਮਾਸ ਦੇ ਅੰਦਰ ਕਿੰਨੀ ਮੇਰੇ ਕੋਲ ਪ੍ਰੈਸ਼ਰ એનર્ਜੀ ਆ। ਇਹਨਾਂ ਤਿੰਨ ਫਾਰਮ ਦੇ ਅੰਦਰ ਅਸੀਂ ਡਿਫਾਈਨ ਕਰਦੇ ਕਿ ਟੋਟਲ એનર્ਜੀ ਜਿਹੜੀ ਆ ਉਹ ਕਨਸਟੈਂਟ ਰਹਿੰਦੀ। ਕਿ ਇੰਨੀ ਗੱਲ ਸਮਝ ਲੱਗਦੀ, ਇੰਨੀ ਗੱਲ ਸਮਝ ਲੱਗਦੀ ਜੀ? Yes, sir. Yes, sir. Yes, sir. ਠੀਕ ਹੈ। Yes, sir. ਆ ਮੇਰੇ ਕੋਲ ਟਰਮ ਤੇ ਜਿਹੜੀ ਬਣਦੀ ਪਈ, ਇਹ ਮਾਸ ਆਫ ਲਿਕੁਇਡ ਆ ਗਿਆ। ਤੇ ਜੇ ਹੁਣ ਤੁਸੀਂ ਵਰਕ ਡਨ ਦੀ ਵੈਲਿਊ ਬਣਾਣੀ ਆ, ਅਸੀਂ ਇੱਥੇ ਵਰਕ ਡਨ ਦੀ ਵੈਲਿਊ ਬਣਾਣੀ ਇਨ ਪੁਸ਼ਿੰਗ ਦਾ ਲਿਕੁਇਡ ਹੈ ਨਾ। ਨਾਓ ਵਰਕ ਡਨ, ਇਹ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਬਣਾਉਣ ਲਈ ਅਸੀਂ ਮਾਸ ਬਣਾ ਕੇ ਰੱਖ ਲਿਆ। ਹੁਣ ਇਤੋਂ ਅਸੀਂ ਐਸਐਚ ਪ੍ਰੈਸ਼ਰ એનર્ਜੀ ਵਰਕ ਡਨ ਜਿਹਨੂੰ ਕਹਿੰਦੇ ਪਏ ਉਹ ਟਰਮ ਬਣਾਣੀ ਹੈ ਬੇਟਾ। ਨਾਓ ਵਰਕ ਡਨ ਓਏ ਮੈਂ ਨਾ ਥੋੜਾ ਮੈਥਡ ਚੇਂਜ ਕਰਨ ਲੱਗਿਆ, ਤੁਹਾਨੂੰ ਸੌਖੇ ਢੰਗ ਨਾਲ ਕਰਾਂਗਾ, ਇਹਨਾਂ ਨਹੀਂ ਕਰਨਾ ਆਪਾਂ। ਇਹਨੂੰ ਥੋੜਾ ਚੇਂਜ ਕਰ ਰਿਹਾ ਬੇਟਾ, ਅੱਜ ਹੀ ਦੁਬਾਰਾ ਕਰਨ ਲੱਗਿਆ। ਇਹ ਥੋੜੇ ਸੌਖੇ ਮੈਥਡ ਨਾਲ ਕਰਾਣਾ, ਇਹਨਾਂ ਔਖਾ ਲੱਗੂ ਤੁਹਾਨੂੰ। ਟਰਮ ਹੋਈ ਆ, ਠੀਕ ਹੈ। ਇੱਕ ਵਾਰ ਸਟੇਟਮੈਂਟ ਲਿਖ ਰਹੇ ਹਾਂ। It states that pressure energy, kinetic energy and potential energy per unit mass at each cross section remains constant। ਹੁਣ ਇਸ ਟਰਮ ਨੂੰ ਬਣਾਉਣ ਲਈ ਮੈਂ ਥੋੜਾ ਜਿਹਾ ਬੇਟਾ ਚੇਂਜ ਕਰ ਰਿਹਾ। ਜਿਹੜਾ ਕੱਲ ਟੌਪਿਕ ਕੀਤਾ ਸੀ ਉਹਦੀ ਫਾਰਮ ਚ ਬਣਾਉਣਾ ਹੈ। ਆਪਾਂ ਕੱਲ ਟੌਪਿਕ ਕੀਤਾ ਸੀ ਇਕੁਏਸ਼ਨ ਆਫ ਕੰਟੀਨਿਊਟੀ, ਉਹਦੇ ਅਕੋਰਡਿੰਗਲੀ ਅਸੀਂ ਡਿਫਾਈਨ ਕੀਤਾ ਸੀਗਾ ਕਿ ਮਾਸ ਆਫ ਦਾ ਲਿਕੁਇਡ ਐਂਟਰਿੰਗ ਪਰ ਸੈਕਿੰਡ ਐਂਡ ਮਾਸ ਆਫ ਦਾ ਲਿਕੁਇਡ ਲੀਵਿੰਗ ਪਰ ਸੈਕਿੰਡ। ਜਿੰਨਾ ਮਾਸ ਆਫ ਲਿਕੁਇਡ ਐਂਟਰ ਕਰੇਗਾ ਪਰ ਸੈਕਿੰਡ ਤੇ ਜਿੰਨਾ ਮਾਸ ਆਫ ਲਿਕੁਇਡ ਲੀਵ ਕਰੇਗਾ ਪਰ ਸੈਕਿੰਡ ਐਟ ਐਵਰੀ ਕ੍ਰਾਸ ਸੈਕਸ਼ਨ, ਕਹਿੰਦਾ ਜੀ ਉਹ ਮੇਰੇ ਕੋਲ ਕਾਂਸਟੈਂਟ ਆ, ਉਹ ਮੇਰੇ ਕੋਲ ਸੇਮ ਆ। ਆਪਾਂ ਉਸ ਇਕੁਏਸ਼ਨ ਦੇ ਨਾਲ ਗੱਲ ਕਰਨ ਲੱਗੇ। According to equation of continuity, mass of a liquid entering per second at the end A, mass of a liquid leaving per second at the end B, ਕਹਿੰਦਾ ਜੀ ਉਹ ਆਪਸ ਵਿੱਚ ਇਕੁਅਲ ਆ। ਤੇ ਜੇ ਮਾਸਿਸ ਮੇਰੇ ਇਕੁਅਲ ਆ, ਇਹਦੇ ਬਿਹਾਫ ਦੇ ਉੱਤੇ ਆਪਾਂ ਟਰਮ ਇਦਾਂ ਲਿਖ ਦਾਂਗੇ, that is A1 V1 ρ1 equal to A2 V2 ρ2। ਆ ਕਲੀਅਰ ਆ? Yes, sir. Yes, Yes. sir. Yes, sir. ਔਰ ਇਹ ਸਾਰੀ ਟਰਮ ਅਸੀਂ m ਡਿਫਾਈਨ ਕਰਦੇ ਪਏ, ਠੀਕ ਹੈ ਜੀ। ਮਾਸ ਦੇ ਇਕੁਇਵਲੈਂਟ। ਔਰ ਇੱਕ ਟਰਮ ਧਿਆਨ ਚ ਰੱਖਿਓ ਪੁੱਤ, ਜਿਹੜਾ m ਵਾ ਇਹ ਕੱਲਾ ਮਾਸ ਲਈ ਸਟੈਂਡ ਨਹੀਂ ਕਰਦਾ ਪਿਆ, ਇਹ ਮਾਸ ਪਰ ਯੂਨਿਟ ਟਾਈਮ ਲਈ ਸਟੈਂਡ ਕਰਦਾ ਪਿਆ। ਮਤਲਬ m ਸਿੰਬਲ ਦੀ ਡਾਈਮੈਂਸ਼ਨ ਜਿਹੜੀ ਆ ਉਹ ਮਾਸ ਬਾਈ ਟਾਈਮ ਤੋਂ ਬਣਦੀ ਪਈ ਆ। ਇਹ ਦਿਮਾਗ ਚ ਰੱਖਿਓ, ਸਿੰਬਲ m ਪੈਣ ਰਿਹਾ ਪਰ ਇਹ ਸਿੰਬਲ ਮੇਰੇ ਕੋਲ ਜਿਹੜਾ ਮਾਸ ਬਾਈ ਟਾਈਮ ਨੂੰ ਕਹਿੰਦਾ ਜੀ ਰਿਪਰੈਜ਼ੈਂਟ ਕਰਦਾ ਪਿਆ। ਇਹ ਚ ਹੁਣ ਅਗਲੀ ਪ੍ਰੋਪਰਟੀ ਆਪਾਂ ਇਹ ਲਾਈ ਸੀਗੀ ਕਿ ਲਿਕੁਇਡ ਮੇਰਾ ਇਨਕੰਪਰੈਸਿਬਲ ਆ, ਠੀਕ ਹੈ। If a liquid is incompressible, then ρ1 equal to ρ2 equal to ρ, ਤੇ therefore ਸਾਡੇ ਕੋਲ ਟਰਮ ਬਣ ਜਾਏਗੀ A1 V1 ρ equal to A2 V2 ρ equal to m। ਤੇ ਜੇ ਮੈਂ ਡੈਂਸਿਟੀ ਨੂੰ ਇੱਧਰ ਲੈ ਕੇ ਡਿਵਾਈਡ ਕਰਾ ਲਾਂ, ਆਪਾਂ ਕਹਿੰਦੇ ਕਿ ਦੋਨਾਂ ਪਾਸੇ ਡੈਂਸਿਟੀ ਕਾਮਨ ਆ, ਇੱਧਰ ਲੈ ਕੇ ਡਿਵਾਈਡ ਕਰਾ ਲਓ ਤੇ ਤੁਹਾਡੀ ਟਰਮ ਬਣ ਜਾਂਦੀ A1 V1 equal to A2 V2 by equal to mass by density। ਤੇ ਆ ਟਰਮ ਮੇਰੀ ਜਿਹੜੀ ਆ ਮਾਸ ਬਾਈ ਡੈਂਸਿਟੀ, ਇਹ ਵੋਲੀਅਮ ਬਣ ਜੂ। Yes, sir. Yes, sir. ਓਏ ਥੋੜਾ ਰਿਸਪੌਂਡ ਕਰ ਦੇ। Yes, sir.
ਔਰ ਮਾਸ ਦੇ ਅੰਦਰ ਟਾਈਮ ਇਨਵੋਲਡ ਆ, ਇਸ ਲਈ ਜੇ ਮੈਂ ਇਹਨੂੰ ਲਿਖਾਂ ਤੇ ਇਹ ਮੇਰੀ ਟਰਮ V ਆ ਗਈ, ਜਿਹਨੂੰ ਅਸੀਂ ਪੜ੍ਹਦੇ ਪਏ ਵੋਲੀਅਮ ਪਰ ਸੈਕਿੰਡ, ਜਿਹਨੂੰ ਅਸੀਂ ਟਰਮ ਨੂੰ ਨਾਮ ਦਿੱਤਾ ਸੀ ਰੇਟ ਆਫ ਫਲੋ ਆਫ ਲਿਕੁਇਡ। ਠੀਕ ਹੈ, ਸੋ ਉਹ ਮੇਰੇ ਕੋਲ ਮਾਸ ਬਾਈ ਡੈਂਸਿਟੀ ਤੋਂ ਅਸੀਂ ਜਿਹੜੀ ਵੋਲੀਅਮ ਪਰ ਸੈਕਿੰਡ ਦੀ ਵੈਲਿਊ ਬਣਾ ਲਈ। ਕਿਆ ਇਹਨਾਂ ਕਲੀਅਰ? ਜਲਦੀ ਜਲਦੀ ਬੋਲਦੇ ਚਲੋ। Yes, sir. sir. Yes, sir. ਹੁਣ ਉਸ ਤੋਂ ਅੱਗੇ ਚੱਲੀਏ ਤਾਂ ਆਪਾਂ ਇਹ ਕਹਿੰਦੇ ਪਏ ਇਸ ਐਂਡ ਤੇ ਕ੍ਰਾਸ ਸੈਕਸ਼ਨਲ ਏਰੀਆ ਜ਼ਿਆਦਾ, ਦੂਜੇ ਐਂਡ ਤੇ ਮੇਰੇ ਕੋਲ ਕ੍ਰਾਸ ਸੈਕਸ਼ਨਲ ਏਰੀਆ ਅਸੀਂ ਘੱਟ ਦਿਖਾਣੇ ਪਏ। ਤੇ ਕੱਲ ਇਕੁਏਸ਼ਨ ਆਫ ਕੰਟੀਨਿਊਟੀ ਚ ਅਸੀਂ ਇਹ ਪ੍ਰੂਵ ਕੀਤਾ ਸੀ ਕਿ A into V equal to constant, मतलब area of cross section ਤੇ velocity of the liquid across that cross section, ਇਹਨਾਂ ਦੋ ਚੀਜ਼ਾਂ ਦੀ ਪ੍ਰੋਡਕਟ ਕਾਂਸਟੈਂਟ ਆ। ਜਿੱਥੇ ਏਰੀਆ ਆਫ ਕ੍ਰਾਸ ਸੈਕਸ਼ਨ ਜ਼ਿਆਦਾ ਉੱਥੇ ਲਿਕੁਇਡ ਦੀ ਵੈਲੋਸਿਟੀ ਘੱਟ ਆ। ਇਹਦੇ ਬਿਹਾਫ ਦੇ ਉੱਤੇ ਜੇ ਆਪਾਂ ਕੰਟੀਨਿਊ ਕਰੀਏ, ਹੁਣ ਆ ਜਿੰਨੀ ਮੇਰੀ ਟਰਮ ਬਣ ਗਈ ਇਹਦੇ ਨਾਲ ਇਸ ਐਂਡ ਤੇ ਜੇ ਮੈਂ ਲਿਕੁਇਡ ਦਾ ਵਰਕ ਡਨ ਕੱਢਣਾ ਪਰ ਸੈਕਿੰਡ, ਮੈਨੂੰ ਲਿਕੁਇਡ ਦਾ ਇਸ ਐਂਡ ਤੇ ਕਿੰਨਾ ਵਰਕ ਕਰਨਾ ਪਏਗਾ ਆਪਣੇ ਪ੍ਰੈਸ਼ਰ ਦੇ ਕਰਕੇ, ਇਹਦੇ ਦੂਜੇ ਐਂਡ ਤੇ ਕਿੰਨਾ ਕਰਨਾ ਪਏਗਾ, ਉਹਦੇ ਲਈ ਟਰਮ ਬਣਾਵਾਂ ਤੇ we know that work done per second, work done per second, work done per second at the end A equal to work ਦਾ ਜਨਰਲ ਫਾਰਮੂਲਾ ਲਿਖਾਂਗੇ into displacement, force into displacement per second ਚੱਲਦਾ ਪਿਆ ਤੇ ਮੈਂ per second ਦੇ ਕਰਕੇ ਟਾਈਮ ਆ ਜਾਏਗਾ। ਤੇ ਆ ਟਰਮ ਜਿਹੜੀ ਮੇਰੀ ਬਣੇਗੀ ਡਿਸਪਲੇਸਮੈਂਟ ਟਾਈਮ, ਇਹਨੂੰ ਵੈਲੋਸਿਟੀ ਡਿਫਾਈਨ ਕਰ ਲਾਂਗੇ। Yes, sir. Yes, sir. ਔਰ ਇਧਰੋਂ ਫੋਰਸ ਨੂੰ ਅਸੀਂ ਪ੍ਰੈਸ਼ਰ ਦੀ ਫਾਰਮ ਚ ਲਿਖਣਾ ਹੋਵੇ ਤੇ ਫੋਰਸ ਨੂੰ ਪ੍ਰੈਸ਼ਰ ਇਨਟੂ ਏਰੀਆ ਡਿਫਾਈਨ ਕਰ ਦੋ, ਯਾਨੀ ਫੋਰਸ ਦੀ ਥਾਂ ਤੇ ਟਰਮ ਬਣ ਗਈ P1 into A1, ਫੋਰਸ ਮੇਰੇ ਕੋਲ ਪ੍ਰੈਸ਼ਰ ਇਨਟੂ ਏਰੀਆ ਆ ਗਈ ਤੇ ਡਿਸਪਲੇਸਮੈਂਟ ਬਾਈ ਟਾਈਮ ਇਸ ਐਂਡ ਤੇ ਕਹਿੰਦਾ ਜੀ ਲਿਕੁਇਡ ਦੀ ਵੈਲੋਸਿਟੀ ਆ, ਯਾਨੀ ਉਹ ਟਰਮ ਮੇਰੀ V1 ਬਣ ਗਈ। क्या इना क्लियर? Yes, sir. Yes, sir. Yes, sir. Yes, sir. तो चलिए ते A1 V1 ਦੀ ਵੈਲਿਊ ਨੂੰ ਅਸੀਂ ਰੇਟ ਆਫ ਫਲੋ ਆਫ ਲਿਕੁਇਡ ਲਿਖ ਸਕਦੇ ਹਾਂ। Yes, sir. Yes, sir. ਯਾਨੀ ਆ ਮੇਰੀ ਟਰਮ ਜਿਹੜੀ P1 V1 ਜੋ ਰਿਦਮ ਵਾਸੀਆਂ ਮਾਰਦਾ ਇਹ ਮਤਲਬ ਵਰਕ ਪਰ ਸੈਕਿੰਡ ਐਟ ਦਾ ਐਂਡ A ਜਿਹੜਾ ਵਾ ਉਹ P1 V ਬਣ ਗਿਆ। ਸਿਮਿਲਰਲੀ work done per second, similarly work done per second at the end B ਲਿਖਾਂ ਤੇ B end ਦੇ ਉੱਤੇ ਇੱਥੇ P1 ਦੀ ਥਾਂ ਤੇ ਪ੍ਰੈਸ਼ਰ ਮੇਰਾ P2 ਆ ਗਿਆ ਔਰ ਰੇਟ ਆਫ ਫਲੋ ਆਫ ਲਿਕੁਇਡ A2 V2 ਦੀ ਵੈਲਿਊ ਵੀ V ਦੇ ਇਕੁਅਲ ਆ ਜੂ, ਯਾਨੀ ਇੰਨਾ ਲਿਕੁਇਡ ਦੇ ਵਰਕ ਪ੍ਰੈਸ਼ਰ ਦੇ ਕਰਕੇ ਮੈਨੂੰ ਕਰਨਾ ਪਏਗਾ ਟਿਊਬ ਦੇ ਐਂਡ B ਦੇ ਉੱਤੇ ਲਿਕੁਇਡ ਨੂੰ ਬਾਹਰ ਨਿਕਲਣ ਲੱਗੇ ਔਰ ਇੰਨਾ ਲਿਕੁਇਡ ਨੂੰ ਵਰਕ ਕਰਨਾ ਪਏਗਾ ਟਿਊਬ ਦੇ ਅੰਦਰ ਐਂਟਰ ਕਰਨ ਲੱਗੇ। क्या इन्नी गल क्लियर है? Yes, sir. Yes, sir. Yes, sir. ਹੁਣ ਇਹਨਾਂ ਦੋਨਾਂ ਵਿੱਚੋਂ ਕਿੱਥੇ ਵਰਕ ਜ਼ਿਆਦਾ ਹੋਏਗਾ, ਇਸ ਐਂਡ ਤੇ ਕਿ ਉੱਪਰਲੇ ਐਂਡ ਤੇ? ਐਂਡ A ਦੇ ਉੱਤੇ ਵਰਕ ਜ਼ਿਆਦਾ ਹੋਊ ਕਿ ਐਂਡ B ਦੇ ਉੱਤੇ ਵਰਕ ਜ਼ਿਆਦਾ ਹੋਊਗਾ? And A this Sir, A ਦੇ। A ਦੇ ਉੱਤੇ ਹੈ ਨਾ, ਕਿਉਂਕਿ ਦੋਨਾਂ ਦੇ ਵਿੱਚ ਜਿਹੜਾ ਕਾਮਨ ਵੇਰੀਏਬਲ ਹੈ V ਦਾ ਬੇਟਾ ਸੇਮ ਆ, ਉਨਾ ਹੀ ਵੋਲੀਅਮ ਪਰ ਸੈਕਿੰਡ ਇੱਥੋਂ ਜਾਣਾ, ਉਨਾ ਹੀ ਵੋਲੀਅਮ ਪਰ ਸੈਕਿੰਡ ਦੂਜੇ ਪਾਸਿਓਂ, ਤੇ ਜੇ ਪਿੱਛੋਂ ਪ੍ਰੈਸ਼ਰ ਹੋਏਗਾ ਤੇ ਲਿਕੁਇਡ ਜਾਊ ਅੱਗੇ ਨੂੰ, ਇਸ ਲਈ P1 ਦੀ ਵੈਲਿਊ P2 ਤੋਂ ਗ੍ਰੇਟਰ ਆ। ਠੀਕ ਹੈ ਜੀ, ਇਸ ਲਈ ਫਿਰ P1 V ਵਾਲਾ ਵਰਕ ਡਨ ਜਿਹੜਾ ਵਾ ਇਹ ਗ੍ਰੇਟਰ ਹੋਏਗਾ ਐਸ ਕੰਪੇਅਰ ਟੂ ਕਹਿੰਦਾ ਜੀ ਵਰਕ ਡਨ ਐਟ ਦਾ ਐਂਡ B, ਹਨਾ। ਇਹਦਾ ਮਤਲਬ ਇੱਥੇ ਜਿਹੜਾ ਮੇਰਾ W1 ਬਣਿਆ, ਇੱਥੇ ਜਿਹੜਾ ਮੇਰਾ W1 ਬਣਿਆ ਤੇ ਇੱਧਰ ਜਿਹੜੀ ਮੇਰੀ ਟਰਮ W2 ਦੀ ਬਣਦੀ ਪਈ ਆ, ਤੇ ਇਤੋਂ ਜੇ ਮੈਂ ਨੈਟ ਵਰਕ ਕੈਲਕੂਲੇਟ ਕਰਾਂ ਤੇ ਆਪਣੀ ਨੈਕਸਟ ਟਰਮ ਆ ਜਾਏਗੀ ਨਾਓ ਨੈਟ ਵਰਕ ਡਨ पर second, ठीक है, that is equal to W equal to W1 minus W2 equal to आ जाएगा P1 V minus P2 V। ये मेरा वर्क पर सेकंड आ गया कि एंड A ते एंड B ਦੇ ਵਿੱਚ ਜੋ वर्क पर सेकंड ਦਾ डिफरेंस ਹੋਏਗਾ ਪ੍ਰੈਸ਼ਰ ਦੇ ਕਰਕੇ ਉਹ ਮੇਰੇ ਕੋਲ P1 V minus P2 V ਆ ਗਿਆ। ਔਰ ਜਿੰਨਾ ਅਸੀਂ ਇਹ ਵਰਕ ਕਰਦੇ ਪਏ ਲਿਕੁਇਡ ਦੇ ਉੱਤੇ ਨਾ, ਲਿਕੁਇਡ ਨੂੰ ਉਨੀ ਹੀ ਕਿਨੈਟਿਕ ਤੇ ਪੋਟੈਂਸ਼ੀਅਲ એનર્ਜੀ ਦੀ ਫਾਰਮ ਚ એનર્ਜੀ ਮਿਲੂ। Yes, sir. Yes, sir.
ਹੁਣ ਇਹਦੇ ਕੋਰਸਪੋਂਡਿੰਗ ਜੇ ਆਪਾਂ ਕੰਟੀਨਿਊ ਕਰੀਏ ਉਹ ਕਹਿੰਦਾ ਜੀ ਜਿਹੜਾ ਤੁਸੀਂ ਨੈਟ ਵਰਕ ਕੀਤਾ ਇੱਕ ਤੇ ਐਸਾ ਜਿੱਥੇ ਲਵਾਂ ਇੱਥੇ ਏਰੀਆ ਆਫ ਕ੍ਰਾਸ ਸੈਕਸ਼ਨ ਅਸੀਂ ਸ਼ੋ ਆਫ ਕਰਦੇ ਪਏ ਮੇਰੇ ਕੋਲ ਲਾਰਜ ਆ ਤੇ ਦੂਸਰੇ ਐਂਡ ਤੇ ਏਰੀਆ ਆਫ ਕ੍ਰਾਸ ਸੈਕਸ਼ਨ ਘਟਦਾ ਤੇ ਬੁੱਧ ਅਸੀਂ ਇਹ ਕਿਹਾ ਸੀ ਏਰੀਆ ਆਫ ਕ੍ਰਾਸ ਸੈਕਸ਼ਨ ਵੈਲੋਸਿਟੀ ਦੇ ਰੈਸੀਪ੍ਰੋਕਲ ਆ ਜਿੱਥੇ ਏਰੀਆ ਆਫ ਕ੍ਰਾਸ ਸੈਕਸ਼ਨ ਘੱਟ ਹੋਏਗਾ ਉੱਥੇ ਲਿਕੁਇਡ ਦੀ ਵੈਲੋਸਿਟੀ ਮੇਰੇ ਕੋਲ ਘਟ ਜਾਣੀ ਆ ਜਿੱਥੇ ਏਰੀਆ ਆਫ ਕ੍ਰਾਸ ਸੈਕਸ਼ਨ ਮੇਰੇ ਕੋਲ ਲਾਰਜ ਹੋਏਗਾ ਉੱਥੇ ਵੈਲੋਸਿਟੀ ਲਿਕੁਇਡ ਦੀ ਘੱਟ ਆ ਦੂਜੇ ਐਂਡ ਤੇ ਏਰੀਆ ਆਫ ਕ੍ਰਾਸ ਸੈਕਸ਼ਨ ਜੇ ਘਟਦਾ ਪਿਆ ਤੇ ਉਸ ਐਂਡ ਤੇ ਲਿਕੁਇਡ ਦੀ ਵੈਲੋਸਿਟੀ ਵੱਧ ਰਹੀ ਤੇ ਇਹਦਾ ਮਤਲਬ ਉੱਪਰ ਜਾਂਦੇ ਹੋਏ ਲਿਕੁਇਡ ਜਿਹੜਾ ਵਾ ਉਹਦੀ ਕਿਨੈਟਿਕ એનર્ਜੀ ਅੱਗੇ ਨਾਲੋਂ ਇਨਕਰੀਜ਼ ਹੋਏਗੀ ਦੂਜਾ ਇੱਥੇ ਲਿਕੁਇਡ ਦੀ ਗਰਾਊਂਡ ਲੈਵਲ ਤੋਂ ਹਾਈਟ h1 ਆ ਉੱਥੇ ਹਾਈਟ ਵੱਧਦੀ ਦਿਖਾਈ ਆ ਇਹਦਾ ਮਤਲਬ ਇਹ ਹੋ ਗਿਆ ਕਿ ਲਿਕੁਇਡ ਨੂੰ ਹਾਈਟ ਗੇਨ ਕਰਨ ਲੱਗੇ ਉਹਦੀ ਪੋਟੈਂਸ਼ੀਅਲ એનર્ਜੀ ਇਨਕਰੀਜ਼ ਹੋ ਜਿੰਨਾ ਇਹ ਲਿਕੁਇਡ ਦੇ ਉੱਤੇ ਨੈਟ ਵਰਕ ਹੋਇਆ ਇਸ ਲਿਕੁਇਡ ਦੇ ਉੱਤੇ ਨੈਟ ਵਰਕ ਨੇ ਲਿਕੁਇਡ ਨੂੰ ਦੋ ਫਾਰਮ 'ਚ એનર્ਜੀ ਸਪਲਾਈ ਕੀਤੀ ਆ ਇੱਕ ਉਹਨੇ ਲਿਕੁਇਡ ਦੀ ਕਿਨੈਟਿਕ એનર્ਜੀ ਇਨਕਰੀਜ਼ ਕਰਾਈ ਔਰ ਇੱਕ ਉਹਨੇ ਲਿਕੁਇਡ ਦੀ ਪੋਟੈਂਸ਼ੀਅਲ એનર્ਜੀ ਇਨਕਰੀਜ਼ ਕਰਾਈ क्या इतनी गल समझ लगी Yes, sir. Yes, sir. Yes, sir. now increase in kinetic energy now increase in kinetic energy per second ਆਪਾਂ ਜੇ kinetic energy ਦਾ increase ਦਿਖਾਣਾ ਇਹਨੂੰ ਸਿੰਬਲ ਡੈਲਟਾ ਕੇ ਈ ਦੇ ਦਿਓ ਕਿਉਂਕਿ ਚੇਂਜ ਇਨ kinetic energy ਲਿਖਦੇ ਪਏ ਤੇ ਇਹਦੀ ਵੈਲਿਊ ਮੇਰੇ ਕੋਲ ਆ ਜਾਏਗੀ ਹਾਫ m v2 ਸਕੁਅਰ minus half m v1 square पर second वाला word जेड़ा वा वो m दे अंदर adjust है क्योंकि m mass per second लिखा हुआ है आपा इन्हीं गल clear है जी Yes, sir. Yes, sir. इसे वे ना दूसरी एनर्जी दी इंक्रीज दिखा दो सिमिलरली इंक्रीज इन पोटेंशियल एनर्जी पर सेकंड पोटेंशियल एनर्जी दी इंक्रीज पर सेकंड लिखनी है वो टर्म आ जाएगी mgh2 माइनस mgh1 आ दो फॉर्म दे अंदर लिक्विड एनर्जी गेन करदा पिया ते इन्ना मेरा नेटवर्क प्रेशर दी फॉर्म च हुंदा पिया जिहदी फॉर्म च ਅਸੀਂ એનર્ਜੀ ਉਹਨੂੰ ਸਪਲਾਈ ਕਰਦੇ ਪਏ ਇਹਦਾ ਮਤਲਬ ਇਹ ਦੋਨੋਂ ਟਰਮ ਤੋਂ ਜੋ ਮੇਰੇ ਕੋਲ ਬਣਿਆ ਪ੍ਰੈਸ਼ਰ ਦੀ ਫਾਰਮ ਚੋਂ ਮੇਰੀ ਪ੍ਰੈਸ਼ਰ એનર્ਜੀ ਡਿਫਾਈਨ ਹੋਏਗੀ ਤੇ ਆ ਮੇਰੀ ਕਿਨੈਟਿਕ એનર્ਜੀ ਦੀ ਚੇਂਜ ਤੇ ਆ ਪੋਟੈਂਸ਼ੀਅਲ એનર્ਜੀ ਦੀ ਚੇਂਜ ਤੇ ਅਕੋਰਡਿੰਗ ਟੂ ਲਾਅ ਆਫ ਕਨਜ਼ਰਵੇਸ਼ਨ ਆਫ એનર્ਜੀ ਜਿੰਨਾ ਵੀ ਅਸੀਂ ਨੈਟਵਰਕ ਕਰਾਂਗੇ ਹਨਾ ਉਹ ਹਮੇਸ਼ਾ ਮੇਰੇ ਕੋਲ ਜਿਹੜੀ ਮੇਰੀ ਚੇਂਜ ਇਨ ਕਿਨੈਟਿਕ એનર્ਜੀ ਚੇਂਜ ਇਨ એનર્ਜੀ ਦੇ ਬਰਾਬਰ ਹੁੰਦਾ ਕੀ ਗੱਲ ਸਮਝ ਲੱਗ ਰਹੀ Yes, sir. Yes, sir. Yes, sir. नेक्स्ट लाइन च लिखा तो अपने को आ जाएगा therefore according to work energy theorem ठीक है वर्क एनर्जी थ्योरम के अकॉर्डिंगली जेड़ा वर्क होएगा वो मेरे को ऐसा चेंज इन किनेटिक एनर्जी प्लस चेंज इन पोटेंशियल एनर्जी दे इक्वल आ जाओ ठीक है ते इहदे बिहाफ ते टर्म इक्वेट कर दो अपने को टर्म बन जाएगी P1V माइनस P2V जिन्हें नेटवर्क किया ते जेडी मेरी किनेटिक ते पोटेंशियल दी चेंज है हाफ mv2 स्क्वायर माइनस हाफ mv1 स्क्वायर प्लस आ गया mgh2 माइनस mgh1 ਹੁਣ ਇਹਦੇ ਵਿੱਚੋਂ ਪੁੱਤ ਐਸਐਚ ਕੀ ਕਰੋ ਜਿਹੜੀ 1 1 ਵਾਲੀਆਂ ਟਰਮਸ ਨੇ ਉਹ ਇੱਕ ਸਾਈਡ ਤੇ ਐਡਜਸਟ ਕਰ ਲਓ ठीक है ਤੇ ਆਪਣੇ ਕੋਲ ਨੈਕਸਟ ਲਾਈਨ ਚ ਆ ਜਾਏਗਾ E1V ਆਟਮ ਇਧਰ ਲਾਓ प्लस आ जाएगा मेरे को हाफ mv1 स्क्वायर प्लस मेरे को आ जाएगा mgh1 इक्वल टू आटम दूसरे पासे एडजस्ट कर लो P2V प्लस आ गया साडे कोल हाफ mv2 स्क्वायर प्लस आ गया साडे कोल mgh2 क्या इन टर्म समझ लगी Yes, sir. Yes, sir. जे इनू पढ़िए ते ये मेरी प्रेशर एनर्जी पर यूनिट मास आ गई प्रेशर एनर्जी पर सेकंड आ गई आ मेरी किनेटिक एनर्जी पर सेकंड आ गई ये मेरी पोटेंशियल एनर्जी पर सेकंड आ गई एट द एंड ए इन्नी टोटल एनर्जी ट्यूब दे ए एंड ते आई आ और इन्नी टोटल एनर्जी मेरी ट्यूब दे बी एंड ते आई आ ਇਹਦਾ ਮਤਲਬ ਇਸ ਪਾਈਪ ਦੇ ਇਸ ਐਂਡ ਤੇ ਤਿੰਨ એનર્ਜੀ ਦੀ ਸਮ ਟੋਟਲ ਜਿੰਨੀ ਆ ਰਹੀ ਆ ਉਨੀ ਸਮ ਟੋਟਲ ਇਸ ਐਂਡ ਤੇ ਆ ਰਹੀ ਆ ਹਾਂ ਇੱਥੇ ਮੇਰੇ ਕੋਲ ਹੋ ਸਕਦਾ ਪ੍ਰੈਸ਼ਰ એનર્ਜੀ ਜ਼ਿਆਦਾ ਹੋਵੇ ਤੇ ਕਿਨੈਟਿਕ ਪੋਟੈਂਸ਼ੀਅਲ ਘੱਟ ਹੋਵੇ
ठीक है जी। इतने जाके मेरे को जी किनेटिक पोटेंशियल मान लो ज्यादा होगी, प्रैशर एनर्जी घट हो, पर जिन्नी मिला के टोटल एनर्जी इस एंड ते होएगी उन्नी असीं कहने आ क्रॉस सैक्शन ते होएगी, उन्नी असीं कहने आ थां ते जाके होएगी। यानी इस पाइप चो फ्लो करने वाले लिक्विड दी हर पॉइंट दे उत्ते जिहड़ी एनर्जी पर सैकेंड आंदी पई है ਉਹਦੀ अमाउंट कंजर्व होएगी। Yes, Yes. sir. ਇੰਨੀ ਗੱਲ ਸਮਝ ਲੱਗਦੀ ਪਈ। Yes, sir. Yes, sir. देयरफॉर ਆਪਾਂ ਜੇ ਇਹਨੂੰ ਜਨਰਲਾਈਜ਼ ਵੇ ਨਾਲ ਲਿਖ ਦਈਏ ਤੇ ਫਿਰ ਆਪਾਂ ਆ ਲਿਖ ਦਿੰਨੇ देयरफॉर ਸਾਡੇ ਕੋਲ ਐਸਐਚ ਆ ਗਿਆ ਪੀਵੀ P1 ਵੀ ਆਪਾਂ 1 और 2 ਵਾਲੇ ਵੇਰੀਏਬਲ ਐਲੀਮੀਨੇਟ ਕਰ ਰਹੇ ਪੀਵੀ प्लस हाफ mv स्क्वायर प्लस mgh, यानी ਇਹਨਾਂ ਤਿੰਨ ਫਾਰਮ ਚ ਪ੍ਰੈਸ਼ਰ એનર્ਜੀ ਪਰ ਸੈਕਿੰਡ, ਕਿਨੇਟਿਕ એનર્ਜੀ ਪਰ ਸੈਕਿੰਡ ਐਂਡ ਪੋਟੈਂਸ਼ੀਅਲ એનર્ਜੀ ਪਰ ਸੈਕਿੰਡ, ਇਹਦੀ ਸਮ ਟੋਟਲ ਜਿਹੜੀ ਆ ਉਹ ਕਿਸੇ ਵੀ ਕ੍ਰਾਸ ਸੈਕਸ਼ਨ ਤੇ ਹਮੇਸ਼ਾ ਜਿਹੜੀ ਮੇਰੀ ਹੋਏਗੀ ਉਹ ਕਹਿੰਦਾ ਜੀ ਕੰਜ਼ਰਵ ਹੋਏਗੀ, ਉਹ ਮੇਰੀ ਕਾਂਸਟੈਂਟ ਹੋਏਗੀ। यानी ਇਹਨਾਂ ਤਿੰਨਾਂ ਫਾਰਮ ਚ એનર્ਜੀ ਦੀ ਸਮ ਟੋਟਲ ਨੂੰ ਅਸੀਂ ਐਸੇ ਕਾਂਸਟੈਂਟ ਡਿਫਾਈਨ ਕਰ ਸਕਦੇ ਜੀ। Yes, sir. Yes, sir. ਕਿਹੜਾ ਜੀ Yes, sir. ਇਹਨਾਂ ਕਲੀਅਰ ਆ ਬੱਚੇ ਸਾਰਿਆਂ ਨੂੰ? Yes, sir. Yes, sir. Yes, sir. ਚਲ ਸੋ ਫਿਰ ਇਹ ਆਪਣੇ ਕੋਲ ਐਸਐਚ ਦਾ ਪਹਿਲਾ ਪਾਰਟ ਹੋ ਗਿਆ। ਅੱਗੇ ਸਿਰਫ ਇਹਦੀ ਆਪਾਂ ਡਿਫਰੈਂਟ ਫਾਰਮਸ ਬਣਾਉਣੀਆਂ। ਹੁਣ ਆਪਣੇ ਕੋਲ ਆਇਆ ਕਿ ਵੀ ਪ੍ਰੈਸ਼ਰ, ਕਿਨੇਟਿਕ ਐਂਡ ਪੋਟੈਂਸ਼ੀਅਲ એનર્ਜੀ ਪਰ ਸੈਕਿੰਡ, ਇਹ ਪਰ ਸੈਕਿੰਡ ਆਈ ਆ। ਆਪਾਂ ਸਟੇਟਮੈਂਟ 'ਚ ਜਿਹੜੇ ਵਰਡ ਦਿੱਤੇ ਸੀਗੇ ਉਹ 'ਚ ਅਸੀਂ ਕਿਹਾ ਕਿ ਵੀ ਪ੍ਰੈਸ਼ਰ, kinetic and potential energy per unit mass, ठीक है, that remain conserve at every cross section। ਹੁਣ ਇਹਨੂੰ ਪਰ ਯੂਨਿਟ ਮਾਸ ਕਰਨ ਲਈ ਇਹਨੂੰ ਮਾਸ ਵਾਲੀ ਟਰਮ ਨਾਲ ਡਿਵਾਈਡ ਕਰਾਂਗੇ। ਠੀਕ ਹੈ, ਉਸ ਤੋਂ ਪਹਿਲਾਂ ਜੇ ਇਹਦੇ ਪੂਰੇ ਟੌਪਿਕ 'ਚ ਕਿਤੇ ਕੋਈ ਡਾਊਟ ਆ ਬੇਟਾ ਇੱਕ ਵਾਰੀ ਨਿਗਾਹ ਮਾਰੋ, ਉਹ ਮੈਨੂੰ ਇੱਕ ਵਾਰੀ ਦੱਸੋ, ਫਿਰ ਆਪਾਂ ਕੰਟੀਨਿਊ ਕਰੀਏ। ਆਪਾਂ ਤਿੰਨ ਚੀਜ਼ਾਂ ਬਣਾਈਆਂ ਵਾ, ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ। ਆਪਾਂ ਤਿੰਨ ਚੀਜ਼ਾਂ ਬਣਾਈਆਂ। फर्स्ट पार्ट ਆਪਾਂ ਬਣਾਇਆ ਕਿ ਵੀ ਐਸਐਚ ਪ੍ਰੈਸ਼ਰ એનર્ਜੀ ਪਰ ਸੈਕਿੰਡ ਬਣਾ ਲਓ। ਉਹਦੇ ਲਈ ਅਸੀਂ ਇਕੁਏਸ਼ਨ ਆਫ ਕੰਟੀਨਿਊਟੀ ਯੂਜ਼ ਕੀਤੀ। ਮੈਂ ਜਿਹੜਾ ਦੂਜਾ ਮੈਥਡ ਸੀ ਪੁੱਤ, ਜਿਹੜਾ ਦੂਜਾ ਮੈਥਡ ਸੀ ਉਹ ਥੋੜਾ ਜਿਹਾ ਤੁਹਾਡੇ ਕੋਲ ਟਫ ਹੋ ਜਾਣਾ ਸੀ, ਇਸ ਲਈ ਮੈਂ ਉਹਨੂੰ ਬਦਲ ਲਿਆ। ਠੀਕ ਹੈ ਜੀ, ਆਪਾਂ ਕੱਲ ਵਾਲੇ ਟੌਪਿਕ ਤੋਂ ਹੀ ਕੰਟੀਨਿਊ ਕਰਕੇ ਕਿ ਵੀ ਇਕੁਏਸ਼ਨ ਆਫ ਕੰਟੀਨਿਊਟੀ ਕੀ ਕਹਿੰਦੀ ਸੀਗੀ, ਮਾਸ ਆਫ ਲਿਕੁਇਡ ਪਰ ਸੈਕਿੰਡ ਕਿਸੇ ਵੀ ਟਿਊਬ ਦੇ ਐਂਡ ਤੇ ਫਿਕਸ ਰਹਿੰਦਾ ਵਾ। ठीक है, ਉਹਦੇ ਬਿਹਾਫ ਤੇ ਆਪਾਂ ਮਾਸ ਦੀਆਂ ਵੈਲਿਊ ਜਿਹੜੀਆਂ ਏਰੀਆ ਇਨਟੂ ਵੈਲੋਸਿਟੀ ਇਨਟੂ ਡੈਂਸਿਟੀ ਦੀ ਫਾਰਮ ਚ ਉਹਨੂੰ ਕਾਂਸਟੈਂਟ ਪ੍ਰੂਵ ਕਰ ਲਿਆ। ਇਹ ਆਲਰੇਡੀ ਆਪਾਂ ਕੱਲ ਕੀਤੀ ਹੋਈ ਟਰਮ ਆ। ਇਹਦੇ ਵਿੱਚ ਪ੍ਰੋਪਰਟੀ ਲਾਤੀ ਕਿ ਲਿਕੁਇਡ ਇਨਕੰਪਰੈਸਿਬਲ ਆ, ਇਸ ਲਈ ਡੈਂਸਿਟੀ ਆਫ ਲਿਕੁਇਡ ਹਰ ਥਾਂ ਦੇ ਉੱਤੇ ਸੇਮ ਰਹੇਗੀ। ਤੇ ਆਪਣੇ ਕੋਲ ਪ੍ਰੋਪਰਟੀ a1 v1 = a2 v2 ਦੇ ਇਕੁਅਲ ਆ ਗਿਆ। ਔਰ ਇਸ ਰੇਸ਼ੋ ਨੂੰ ਅਸੀਂ ਮਾਸ ਪਰ ਸੈਕਿੰਡ ਨੂੰ ਇਹਨੂੰ ਅਸੀਂ ਵੋਲੀਅਮ ਪਰ ਸੈਕਿੰਡ ਕੇ ਅੰਦਰ ਜੀ ਡਿਫਾਈਨ ਕਰ ਦਿੰਦੇ, ਯਾਨੀ ਰੇਟ ਆਫ ਫਲੋ ਆਫ ਲਿਕੁਇਡ ਦੇ ਬਰਾਬਰ ਕਰ ਲਿਆ। मतलब पाइप दे हर एंड तो लिक्विड दा फ्लो जेड़ा वा वॉल्यूम पर सेकंड वो कांस्टेंट रहेगा। ठीक है, सो a1 v1 ते a2 v2 ਅਸੀਂ v ਦੇ ਇਕੁਇਵਲੈਂਟ ਲੈ ਲਿਆ। ਫਿਰ ਅਸੀਂ ਪਹਿਲੋ ਵਰਕ ਕੱਢ ਲਿਆ, ਕਹਿੰਦਾ ਜੀ ਐਸਐਚ a ਐਂਡ ਦੇ ਉੱਤੇ ਪ੍ਰੈਸ਼ਰ ਦੀ ਫਾਰਮ ਚ ਨਾਰਮਲ ਵਰਕ ਦੀ ਡੈਫੀਨੇਸ਼ਨ ਲਗਾਈ ਆ ਫੋਰਸ ਇਨਟੂ ਡਿਸਪਲੇਸਮੈਂਟ ਪਰ ਸੈਕਿੰਡ ਕਰਕੇ ਟਾਈਮ ਇਨਵੋਲਵਡ ਆ। ਠੀਕ ਹੈ, ਤਾਂ ਡਿਸਪਲੇਸਮੈਂਟ ਬਾਈ ਟਾਈਮ ਮੇਰੀ ਵੈਲੋਸਿਟੀ ਤੇ ਫੋਰਸ ਨੂੰ ਅਸੀਂ ਪ੍ਰੈਸ਼ਰ ਦੀ ਫਾਰਮ ਚ ਡਿਫਾਈਨ ਕਰ ਲਿਆ। ਤੇ ਮੇਰੇ ਕੋਲ ਵਰਕ ਡਨ ਜਿਹੜਾ ਐਸਐਚਓ P1 ਵੀ ਤੇ ਦੂਜੇ ਐਂਡ ਤੇ P2 ਵੀ ਆ ਗਿਆ। ਵੋਲੀਅਮ ਦੋਨੋਂ ਥਾਂ ਤੇ ਲਿਕੁਇਡ ਦਾ ਪਰ ਸੈਕਿੰਡ ਸੇਮ ਜਾਂਦਾ ਪਿਆ, ਪਰ ਕਿਉਂਕਿ ਪ੍ਰੈਸ਼ਰ ਪਿੱਛੋਂ ਤੇਜ਼ ਹੋਏਗਾ, ਜ਼ਿਆਦਾ ਹੋਏਗਾ, ਫਿਰ ਲਿਕੁਇਡ ਅੱਗੇ ਜਾਣਾ, ਇਸ ਲਈ P1 ਸ਼ੁੱਡ ਬੀ ਗ੍ਰੇਟਰ ਦੈਨ ਕਹਿੰਦਾ ਜੀ P2। ਉਹਦੇ ਬਿਹਾਫ ਦੇ ਉੱਤੇ ਅਸੀਂ ਲਿਕੁਇਡ ਦਾ ਨੈਟ ਵਰਕ ਪਰ ਸੈਕਿੰਡ ਕਿੰਨਾ ਉਹ ਕੈਲਕੂਲੇਟ ਕਰ ਲਿਆ। ਉਹ ਕਹਿੰਦਾ ਜਿੰਨਾ ਲਿਕੁਇਡ ਦੇ ਉੱਤੇ ਪਰ ਸੈਕਿੰਡ ਅਸੀਂ ਪ੍ਰੈਸ਼ਰ ਦੀ ਫਾਰਮ 'ਚ ਵਰਕ ਕਰਾਂਗੇ, ਇਹਨੇ ਲਿਕੁਇਡ ਨੂੰ ਦੋ ਫਾਰਮ ਦੇ ਅੰਦਰ ਕਹਿੰਦਾ ਜੀ એનર્ਜੀ ਦੇ ਦੇਣੀ ਹੈ। ਇੱਕ ਤਾਂ ਲਿਕੁਇਡ ਦੀ ਹਾਈਟ ਵਧਾਉਂਦਾ ਪਿਆ ਤੇ ਦੂਜਾ ਅਸੀਂ ਕਹਿੰਦੇ ਪਏ ਲਿਕੁਇਡ ਦੀ ਕਿਨੇਟਿਕ એનર્ਜੀ ਜਿਹੜੀ ਉਹਦੀ ਕਹਿੰਦਾ ਜੀ ਉਹ ਇਨਕਰੀਜ਼ ਹੋ ਰਹੀ। ਤੇ ਇਹ ਧਿਆਨ ਰੱਖਿਓ ਆ ਟਰਮ ਜਿਹੜੀ ਬਣਦੀ ਪਈ 1 - 2 ਦੀ ਫਾਰਮ ਚ, ਬਾਕੀ ਦੋਨੋਂ ਟਰਮ ਜਿਹੜੀਆਂ ਨੇ ਉਹ 2 - 1 ਦੀ ਫਾਰਮ ਚ। ਨਾਰਮਲੀ ਕਰਨ ਲੱਗੇ ਜੇ ਇਹ ਵੇਰੀਏਬਲ ਪੁੱਠੇ ਲਿਖ ਲੇ, ਠੀਕ ਹੈ, ਜੇ ਇਹ ਵੇਰੀਏਬਲ ਪੁੱਠੇ ਲਿਖ ਲੇ ਤੇ ਲਾਸਟ ਆ ਕੇ ਜਦੋਂ ਆਪਾਂ ਆ ਇਕੁਏਟ ਕਰਕੇ ਟਰਮ ਰੀਅਰੇਂਜ ਕੀਤੀਆਂ, ਇਹ ਟਰਮ ਰੀਅਰੇਂਜ ਨਹੀਂ ਹੋਣੀਆਂ। ठीक है जी, ये सारियां टर्म इतने प्लस वालियां एक साइड ते प्लस वालियां दूजी साइड बनियां ही तां वा जे आप इतने इनक्रीज इन किनेटिक एनर्जी ते इनक्रीज इन पोटेंशियल प्रॉपर लिखी है। क्या इन्नी गल क्लियर है? Yes, sir. Yes, sir. Yes, sir. Yes, sir. 1 सेकंड, 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 1 सेकंड,
ਉੱਪਰਲਾ ਪਾਰਟ ਇਹਦਾ ਰਿਮੂਵ ਕਰ ਰਿਹਾ। ਚਲ ਹੁਣ ਇਸ ਤੋਂ ਬਾਅਦ ਜੇ ਇਹਨੂੰ ਪਰ ਯੂਨਿਟ ਮਾਸ ਦੀ ਫਾਰਮ ਚ ਲੈ ਕੇ ਜਾਣਾ ਤੇ ਆਪਣੇ ਕੋਲ ਪੁੱਤ ਜਿਹੜਾ ਲਾਸਟ ਰਿਜ਼ਲਟ ਆਏਗਾ, ਰਿਜ਼ਲਟ ਆਪਣੇ ਕੋਲੇ ਆ ਗਿਆ ਕਹਿੰਦਾ ਜੀ PV plus half MB square plus MGH equal to constant। ਹੁਣ ਜੇ ਪਰ ਯੂਨਿਟ ਮਾਸ ਲੈ ਕੇ ਜਾਣਾ ਤੇ ਇਹਨੂੰ m ਨਾਲ ਡਿਵਾਈਡ ਕਰ ਲਈਏ। ਜਦੋਂ m ਨਾਲ ਡਿਵਾਈਡ ਕਰੂੰਗਾ ਉਹਦੇ ਚ ਦਿਮਾਗ ਚ ਰੱਖਿਓ ਕੀ ਕਰਨ ਲੱਗਿਆ, ਡਿਵਾਈਡ ਇਟ ਬਾਈ m। ਹੁਣ m ਆਪਣੇ ਆਪ ਚ ਇਕੱਲਾ ਮਾਸ ਨਹੀਂ ਹੈਗਾ, m ਆਪਣੇ ਆਪ ਦੇ ਵਿੱਚ ਮੇਰੇ ਕੋਲ ਜਿਹੜਾ ਮਾਸ ਪਰ ਸੈਕਿੰਡ ਆ, ਹੈਨਾ। ਇਹਦਾ ਮਤਲਬ ਜਦੋਂ m ਨਾਲ ਡਿਵਾਈਡ ਕਰੂੰਗਾ ਤੇ ਮੇਰੀ ਟਰਮ ਬਣ ਗਈ PV by m plus half MB square by m plus MGH by m। ਠੀਕ ਹੈ ਜੀ। ਤੇ ਕਾਂਸਟੈਂਟ ਨੂੰ ਮਾਸ ਨਾਲ ਡਿਵਾਈਡ ਵੀ ਕਰ ਲਵਾਂ ਤੇ ਆ ਟਰਮ ਮੇਰੀ ਕਾਂਸਟੈਂਟ ਹੀ ਰਹਿਣੀ ਆ। ਪੁੱਤ ਇਹਦੇ ਵਿੱਚ ਜਿਹੜਾ ਆ v ਲਿਖਿਆ ਇਹ ਕਿਹਦਾ ਸਿੰਬਲ ਸੀ? Volume per second. ਵੋਲੀਅਮ ਪਰ ਸੈਕਿੰਡ। ਤੇ m ਵੀ ਮੇਰਾ ਮਾਸ ਪਰ ਸੈਕਿੰਡ ਆ। ਇਹਦਾ ਪਰ ਸੈਕਿੰਡ ਤੇ ਇਹਦਾ ਪਰ ਸੈਕਿੰਡ ਉਹ ਆਪਸ ਚ ਕੱਟੇ ਗਏ, ਇਸ ਲਈ ਹੁਣ ਜਿਹੜੀ ਇਹ ਟਰਮ ਬਣਦੀ ਪਈ ਆ ਇਹ ਵੀ ਮਾਸ ਪਰ ਸੈਕਿੰਡ ਤੇ ਮਾਸ ਪਰ ਸੈਕਿੰਡ ਕੱਟੇ ਗਏ। ਅਲਟੀਮੇਟਲੀ ਇਹ ਟਰਮ ਮੇਰੀ ਪਰ ਯੂਨਿਟ ਮਾਸ ਦੀ ਫਾਰਮ ਚ ਕੇ ਅੰਦਰ ਜੀ ਡਿਫਾਈਨਡ ਹੋ ਜੂ, ਕਿਉਂਕਿ ਪਰ ਸੈਕਿੰਡ ਦੋਨਾਂ ਥਾਵਾਂ ਤੋਂ ਮੇਰਾ ਜਿਹੜਾ ਹਰ ਥਾਂ ਤੋਂ ਕੱਟਿਆ ਜਾਵੇ। ਇਸ ਲਈ ਜਦੋਂ ਇਹਨੂੰ ਐਡਜਸਟ ਕਰਾਂਗੇ ਤੇ ਆਪਣੇ ਕੋਲ ਜਿਹੜੀ ਮਾਸ ਬਾਈ ਵੋਲੀਅਮ ਡੈਂਸਿਟੀ ਹੁੰਦੀ ਆ, ਹੁਣ ਇਹ m ਹੀ ਪੜ ਹੋ ਰਿਹਾ ਔਰ ਇਹ ਵੋਲੀਅਮ ਹੀ ਪੜ ਹੋ ਰਿਹਾ, ਕਿਉਂਕਿ ਪਰ ਸੈਕਿੰਡ ਦੋਨਾਂ ਚੋਂ ਨਿਕਲ ਗਿਆ। ਗੱਲ ਸਮਝ ਲੱਗਦੀ ਵੀ? Yes, Yes, sir. sir. ਇਸ ਲਈ ਆਪਣੀ Yes, sir. ਟਰਮ ਜਿਹੜੀ ਬਣ ਗਈ ਇਹਨੂੰ p ਬਾਈ ਰੋ ਪੜ ਲਓ, ਕਿਉਂਕਿ ਮਾਸ ਬਾਈ ਵੋਲੀਅਮ ਜਿਹੜਾ ਹੋਏਗਾ ਮਾਸ ਬਾਈ ਵੋਲੀਅਮ ਮੇਰੀ ਡੈਂਸਿਟੀ ਬਣ ਜਾਣੀ, ਔਰ ਇਧਰੋਂ m ਕੱਟ ਕੇ ਮੇਰੀ ਟਰਮ ਹਾਫ v ਸਕੁਅਰ ਆ ਗਈ। ਇਧਰੋਂ ਮੇਰਾ m ਕੈਨਸਲ ਆਊਟ ਕਰਕੇ ਕਹਿੰਦਾ ਜੀ ਟਰਮ SHGH ਆ ਗਈ। ਇਹਨੂੰ ਨਾਮ ਦਵਾ ਹੁਣ ਤੇ ਇਹਨੂੰ ਪੜਾਂਗੇ ਪ੍ਰੈਸ਼ਰ એનર્ਜੀ। ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ। ਇਨੀ ਟਰਮ ਨੂੰ ਪੜਾਂਗਾ ਤੇ ਇਹ ਮੇਰੀ ਟਰਮ ਆ ਜਾਏਗੀ ਕਿਨੈਟਿਕ એનર્ਜੀ ਪਰ ਯੂਨਿਟ ਮਾਸ। ਇਹਨੂੰ ਪੜਾਂਗਾ ਤੇ ਮੇਰੀ ਟਰਮ ਆ ਜਾਏਗੀ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ। ਇਹਦਾ ਮਤਲਬ ਇਹਨਾਂ ਤਿੰਨ ਫਾਰਮ ਦੇ ਅੰਦਰ ਕਿਨੈਟਿਕ એનર્ਜੀ ਪਰ ਯੂਨਿਟ ਮਾਸ, ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਤੇ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ, ਇਹਦੀ ਸਮ ਟੋਟਲ ਹਰ ਕ੍ਰਾਸ ਸੈਕਸ਼ਨ ਤੇ ਮੇਰੀ ਕਾਂਸਟੈਂਟ ਆ ਜਾਊ। Yes, sir. Yes, sir. ਸੋ ਇਹ ਆਪਣੇ ਕੋਲ ਉਹਦੀ ਸੈਕਿੰਡ ਫਾਰਮ ਬਣ ਜਾਏਗੀ ਕਿ ਜੇ ਮੇਰੇ ਕੋਲ ਐਸਾ ਚ ਪ੍ਰੈਸ਼ਰ એનર્ਜੀ ਪਰ ਯੂਨਿਟ ਮਾਸ ਡਿਫਾਈਨ ਕਰੀਏ, ਕਿਨੈਟਿਕ એનર્ਜੀ ਪਰ ਯੂਨਿਟ ਮਾਸ ਲਵਾਂ ਤੇ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਮਾਸ ਲਵਾਂ, ਟਿਊਬ ਦੇ ਹਰ ਕ੍ਰਾਸ ਸੈਕਸ਼ਨ ਦੇ ਉੱਤੇ ਸਮ ਟੋਟਲ ਜਿਹੜੀ ਹੋਏਗੀ ਉਹ ਮੇਰੀ ਕੰਜ਼ਰਵ ਆ। ਯਾਨੀ ਸੈਕਿੰਡ ਫਾਰਮ ਮੇਰੇ ਕੋਲ ਆ ਵਾਲੀ ਆ ਗਈ p ਬਾਈ ਰੋ ਪਲੱਸ ਹਾਫ v ਸਕੁਅਰ ਪਲੱਸ gh ਇਕੁਅਲ ਟੂ ਕਾਂਸਟੈਂਟ। ਆ ਜੋ ਬਰਨੌਲੀ ਥਿਊਰਮ ਦੀ ਆਪਾਂ ਸਟੇਟਮੈਂਟ ਲਿਖੀ ਇਹ ਉਹਦੀ ਫਾਰਮ ਚ ਉਹਦਾ ਪ੍ਰੂਫ ਆ ਜਾਊਗਾ। ਕਿਆ ਇਹਨਾਂ ਕਲੀਅਰ ਆ? Yes, sir. Yes, sir. ਸੈਕਿੰਡ ਪ੍ਰੂਫ ਕਲੀਅਰ ਆ ਬੱਚੇ? Yes, sir. ਚਲੋ ਤੀਜੀ ਫਾਰਮ ਇਹਦੇ ਵਿੱਚ ਇੱਕ ਹੋਰ ਬਣਾਵਾਂਗੇ, ਠੀਕ ਹੈ। ਇਹਨੂੰ ਔਰ ਪਾ ਕੇ ਲਿਖ ਦੋ, ਰੋ ਨੂੰ ਅੰਦਰ ਮਲਟੀਪਲਾਈ ਕਰਾ ਦੋ। ਇਹਦੇ ਨਾਲ ਆਪਣੇ ਕੋਲ ਟਰਮ ਬਣ ਗਈ p ਪਲੱਸ ਹਾਫ ਰੋ v ਸਕੁਅਰ ਪਲੱਸ ਰੋ gh ਇਕੁਅਲ ਟੂ ਕਾਂਸਟੈਂਟ। ਹੁਣ ਜੇ ਇਹਨੂੰ ਨਾਮ ਦੇਣਾ ਹੋਵੇ ਹੈਨਾ, ਆਪਾਂ ਪਹਿਲਾਂ ਜੇ ਐਸਐਚ ਉੱਪਰ ਵਾਲੀ ਟਰਮ ਨੂੰ ਵਾਪਸ ਦੇਖੀਏ, ਉੱਪਰ ਆਪਣੇ ਕੋਲ ਜਿਹੜੀ ਟਰਮ ਬਣੀ ਸੀ ਉਹ ਮਾਸ ਦੀ ਫਾਰਮ ਚ ਆਈ ਸੀ ਹੈਨਾ। ਇੱਥੇ ਟਰਮ ਮਾਸ ਦੀ ਫਾਰਮ ਚ ਔਰ ਇੱਥੇ ਟਰਮ ਡੈਂਸਿਟੀ ਦੀ ਫਾਰਮ ਚ, ਤੇ ਮਾਸ ਤੋਂ ਡੈਂਸਿਟੀ ਬਣਾ ਲਈ ਕੀ ਕਰਨਾ ਪਿਆ ਉਹ ਮੈਨੂੰ? ਪੁੱਤ ਮਾਸ ਤੋਂ ਡੈਂਸਿਟੀ ਕਿੱਦਾਂ ਬਣਾਵਾਂਗੇ? ਕਿਹੜੀ ਟਰਮ ਇਨਵੋਲਵ ਕਰੀਏ ਕਿ ਵੀ ਮਾਸ ਤੋਂ ਡੈਂਸਿਟੀ ਬਣਦੀ ਆ? Volume. ਵੋਲੀਅਮ। Volume. ਇਹਦਾ ਮਤਲਬ ਜੇ ਮੈਂ ਐਸਐਚ ਲਵਾਂ ਤੇ ਡੈਂਸਿਟੀ ਮੇਰੀ ਮਾਸ ਬਾਈ ਵੋਲੀਅਮ ਆ ਹਨਾ, ਡੈਂਸਿਟੀ ਮੇਰੀ ਮਾਸ ਬਾਈ ਵੋਲੀਅਮ ਆ। ਤੇ ਜੇ ਮੇਰਾ ਮਾਸ ਵਾਲੀ ਟਰਮ ਵੋਲੀਅਮ, ਮਾਸ ਵਾਲੀ ਟਰਮ ਡੈਂਸਿਟੀ ਬਣ ਗਈ ਤੇ ਇਹਦਾ ਮਤਲਬ ਆ ਵੋਲੀਅਮ ਨਾਲ ਡਿਵਾਈਡ ਹੋਇਆ ਹੋ। Yes, sir. Yes, sir. ਆ ਜੋ ਇੱਥੇ ਵੀ m ਮਾਸ ਆ, ਇੱਥੇ ਵੀ ਮਾਸ ਦੀ ਥਾਂ ਤੇ ਡੈਂਸਿਟੀ ਆ, ਇਹਦੇ ਨਾਲ ਇੱਥੇ ਵੀ ਵੋਲੀਅਮ ਨਾਲ ਡਿਵਾਈਡ ਹੋਇਆ।
Yes, sir. ਇਹਦਾ ਮਤਲਬ ਇਹ ਹੋ Yes, ਗਿਆ sir. ਇਹਦਾ ਮਤਲਬ ਇਹ ਹੋ ਗਿਆ ਜਿਵੇਂ ਹੁਣ ਆ ਸਾਰੀ ਟਰਮ ਨੂੰ ਪੜਾਂ ਹਨਾ ਤੇ ਇਹਨੂੰ ਫਿਰ ਪਹਿਲੀ ਟਰਮ ਨਾਲ ਹੀ ਕੰਪੇਅਰ ਕਰ ਲਓ ਇੱਥੇ ਪੀਵੀ ਸੀਗਾ ਪੀਵੀ ਤੋਂ ਪੀ ਰਹਿ ਗਿਆ ਇਹਦਾ ਮਤਲਬ ਵੋਲੀਅਮ ਨਾਲ ਪੂਰੀ ਟਰਮ ਡਿਵਾਈਡ ਹੋਊਗੀ Yes, sir. ਸੋ ਇਹਨੂੰ ਨਾਮ ਦੇਣਾ ਹੋਵੇ ਪੀ ਨੂੰ ਤੇ ਇਹਨੂੰ ਅਸੀਂ ਪੜਾਂਗੇ ਇਹ ਟਰਮ ਮੇਰੀ ਆ ਗਈ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ ਇਹ ਮੇਰੀ ਟਰਮ ਬਣ ਜਾਏਗੀ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ ਤੇ ਜੇ ਆ ਟਰਮ ਨੂੰ ਰੀਡ ਆਊਟ ਕਰਾਂ ਤੇ ਇਹ ਟਰਮ ਮੇਰੀ ਬਣ ਜਾਏਗੀ ਕਿਨੈਟਿਕ એનર્ਜੀ ਪਰ ਯੂਨਿਟ ਵੋਲੀਅਮ ਠੀਕ ਹੈ ਤੇ ਜੇ ਮੈਂ ਇੰਨੀ ਟਰਮ ਨੂੰ ਡਿਫਾਈਨ ਕਰਾਂ ਤੇ ਇਹ ਟਰਮ ਮੇਰੀ ਬਣ ਜਾਏਗੀ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲੀਅਮ ਠੀਕ ਹੈ ਇਹਦਾ ਮਤਲਬ ਜਿਹੜੀ ਉਹਨੇ ਥਰਡ ਫਾਰਮ ਲਿਖ ਦਿੱਤੀ ਪਹਿਲੀ ਫਾਰਮ ਆਪਣੇ ਕੋਲ ਆਈ ਸੀਗੀ ਪ੍ਰੈਸ਼ਰ એનર્ਜੀ ਜਿਹੜੀ ਪਹਿਲੀ ਟਰਮ ਸੀਗੀ ਉਹ ਆਪਣੇ ਕੋਲ ਸੀਗੀ ਪ੍ਰੈਸ਼ਰ એનર્ਜੀ ਪਰ ਸੈਕਿੰਡ ਪੋਟੈਂਸ਼ੀਅਲ ਪਰ ਸੈਕਿੰਡ ਕਿਨੈਟਿਕ ਪਰ ਸੈਕਿੰਡ ਉਹਦੀ ਸਮ ਟੋਟਲ ਕਾਂਸਟੈਂਟ ਦੂਜੀ ਫਾਰਮ ਆ ਗਈ ਮੇਰੇ ਕੋਲ ਪ੍ਰੈਸ਼ਰ એનર્ਜੀ kinetic energy and potential energy per unit mass ठीक है that remain constant तीजी टर्म आ गई potential pressure and kinetic energy per unit volume remain constant क्या इतना क्लियर है जी Yes, sir. Yes, sir. Yes, sir. ਸੋ ਇਹ ਤਿੰਨ ਫਾਰਮ ਦੇ ਅੰਦਰ ਤਿੰਨ ਫਾਰਮ ਦੇ ਵਿੱਚੋਂ ਪੇਪਰ 'ਚ ਜਿਹੜੀ ਫਾਰਮ 'ਚ ਵੀ ਪੁੱਛੀ ਹੋਵੇ ਪਰ ਸੈਕਿੰਡ ਪਰ ਯੂਨਿਟ ਮਾਸ ਜਾਂ ਪਰ ਯੂਨਿਟ ਵੋਲਿਊਮ ਉਹਦੀ ਫਾਰਮ ਦੇ ਅੰਦਰ ਤੁਸੀਂ ਬਰਨੌਲੀ ਥਿਓਰਮ ਜਿਹੜੀ ਉਹ ਪ੍ਰੂਵ ਕਰਕੇ ਆਉਂਗੇ ਠੀਕ ਹੈ ਜੀ ਉਸ ਤੋਂ ਬਾਅਦ ਲਾਸਟ ਇਹਦੀ ਇੱਕ ਹੋਰ ਫਾਰਮ ਬਣਾ ਰਹੇ ਜੇ ਆਪਾਂ ਇਹ ਲੈ ਕੇ ਚੱਲੀਏ ਕਿ ਜਿਹੜੀ ਟਿਊਬ ਆ ਸਾਡੀ ਹਨਾ ਆਪਾਂ ਇਨਕਲਾਈਨਡ ਟਿਊਬ ਲਿੱਤੀ ਆ ਤੇ ਜੇ ਟਿਊਬ ਮੇਰੀ ਹੌਰੀਜ਼ੌਂਟਲ ਹੋਵੇ ਜੇ ਟਿਊਬ ਮੇਰੀ ਹੌਰੀਜ਼ੌਂਟਲ ਹੋਈ ਔਰ ਇਹ ਚੋਂ ਲਿਕੁਇਡ ਫਲੋ ਕਰੂਗਾ ਤੇ ਉਦੋਂ H1 ਤੇ H2 ਗਰਾਊਂਡ ਲੈਵਲ ਤੋਂ ਸੇਮ ਹਾਈਟ ਮੇਨਟੇਨ ਕਰੋਗੇ Yes, sir. ਇਹਦਾ ਮਤਲਬ ਜੇ ਆਪਾਂ ਆਹ ਪ੍ਰੋਪਰਟੀ ਲਗਾ ਦਈਏ if a tube is horizontal ਜੇ ਟਿਊਬ horizontal ਆ ਤੇ then H1 equal to H2 ਹਨਾ ਇਹਦੇ ਵਾਲੇ ਦੋਨੋਂ ਮੇਰੇ ਇਕੁਅਲ ਆ ਤੇ ਜੇ ਆ ਮੇਰੇ ਕੋਲ ਐਸਐਚ ਕਹਿੰਦਾ ਜੀ ਇਕੁਅਲ ਆ ਤੇ देयरफॉर ਜਿਹੜਾ ਆਪਾਂ H2 H1 ਲਿਖਿਆ ਸੀ ਉਹ ਹਾਈਟ ਡਿਫਰੈਂਸ 0 ਹੋ ਜੂ ਹਾਂਜੀ sir. ਇਹਦਾ ਮਤਲਬ ਜਿਹੜੀ ਆ ਪੋਟੈਂਸ਼ੀਅਲ એનર્ਜੀ ਵਾਲੀ ਟਰਮ ਮੈਨੂੰ ਹਾਈਟ ਦੇ ਡਿਫਰੈਂਸ ਕਰਕੇ ਦੇਣੀ ਪਈ ਸੀਗੀ ਮਤਲਬ ਇਹ ਤੋਂ ਜਿਹੜਾ ਪ੍ਰੈਸ਼ਰ એનર્ਜੀ ਨੇ ਲਿਕੁਇਡ ਤੇ ਵਰਕ ਕੀਤਾ ਸੀ ਉਹਨੇ ਲਿਕੁਇਡ ਨੂੰ ਦੋ ਫਾਰਮ 'ਚ એનર્ਜੀ ਦਿੱਤੀ ਸੀ ਇੱਕ ਉਹਨੇ ਲਿਕੁਇਡ ਦੀ ਕਿਨੈਟਿਕ ਇਨਕਰੀਜ਼ ਕਰਾਈ ਸੀ ਔਰ ਇੱਕ ਉਹਨੇ ਲਿਕੁਇਡ ਦੀ ਹਾਈਟ ਕਰਕੇ ਪੋਟੈਂਸ਼ੀਅਲ એનર્ਜੀ ਜਿਹੜੀ ਉਹ ਇਨਕਰੀਜ਼ ਕਰਾਈ ਸੀ ਪਰ ਜੇ ਹਾਈਟ ਦਾ ਡਿਫਰੈਂਸ ਹੀ ਨਹੀਂ ਹੋਊਗਾ ਤੇ ਫਿਰ ਹਾਈਟ ਦੇ ਵਾਸਤੇ ਤਾਂ ਨਹੀਂ એનર્ਜੀ ਦੇਣੀ ਪੈਗੀ No, sir. ਤੇ देयरफॉर H2 H1 ਜਿਹਨੂੰ H ਕਹਿੰਦੇ ਪਏ ਉਹ ਮੇਰੀ ਟਰਮ ਕਹਿੰਦਾ ਜੀ ਇਸ ਰਿਲੇਸ਼ਨ ਚੋਂ 0 ਹੋ ਜੂ देयरफॉर SH ਜੇ ਮੇਰੀ ਆ ਟਰਮ 0 ਹੋ ਜਾਂਦੀ ਆਪਣੇ ਕੋਲ ਟਰਮ ਰਹਿ ਗਈ P plus ਹਾਫ ਰੋ V ਸਕੁਅਰ ਇਕੁਅਲ ਟੂ ਕਾਂਸਟੈਂਟ ਉਹ ਤੇ ਇੱਕ ਇੰਪੋਰਟੈਂਟ ਰਿਜ਼ਲਟ ਹੈ ਇੱਥੇ ਉਹਨੂੰ ਸਮਝ ਧਿਆਨ ਨਾਲ ਲਿਓ ਇਹਦਾ ਮਤਲਬ ਪ੍ਰੈਸ਼ਰ એનર્ਜੀ ਪਰ ਯੂਨਿਟ ਵੋਲੀਅਮ ਵਾਲੀ ਟਰਮ ਤੇ ਕਿਨੈਟਿਕ એનર્ਜੀ ਪਰ ਯੂਨਿਟ ਵੋਲੀਅਮ ਵਾਲੀ ਟਰਮ ਇਹਨਾਂ ਦੋ ਫਾਰਮ ਦੇ ਅੰਦਰ ਇਹਨਾਂ ਦੋ ਫਾਰਮ ਦੇ ਅੰਦਰ ਮੇਰੀ ਸਮ ਟੋਟਲ ਕਾਂਸਟੈਂਟ ਆਏਗੀ Yes, sir. Yes, sir. ਜੇ ਮੈਂ ਇਹ ਲੈ ਕੇ ਚੱਲਦਾ ਪਿਆ ਲਿਕੁਇਡ ਮੇਰਾ ਇਨਕੰਪਰੈਸਿਬਲ ਆ ਇਹਦਾ ਮਤਲਬ ਡੈਂਸਿਟੀ ਆਫ ਲਿਕੁਇਡ ਦੇ ਹਰ ਥਾਂ ਸੇਮ ਆ ਇਹਦਾ ਮਤਲਬ ਜਿਹੜੀ ਆ ਟਰਮ ਹੋਏਗੀ ਤੇ ਜਿਹੜੀ ਆ ਟਰਮ ਆਏਗੀ ਜੇ ਇਹਦੀ ਸਮ ਕਾਂਸਟੈਂਟ ਆ ਤੇ ਇਹਦਾ ਮਤਲਬ ਜੇ ਇਹਨਾਂ ਚੋਂ ਇੱਕ ਟਰਮ ਵਧੇਗੀ ਤੇ ਦੂਜੀ ਟਰਮ ਘਟ ਜਾਣੀ ਕਿਉਂਕਿ ਜੇ ਸਮ ਕਾਂਸਟੈਂਟ ਆਂਦੀ ਪਈ ਆ ਹਨਾ ਮੰਨ ਲਓ ਦੋ ਨੰਬਰ ਪਲੱਸ ਕਰਦੇ ਪਏ ਉਹਦੀ ਸਮ ਮੇਰੇ ਕੋਲ ਕਾਂਸਟੈਂਟ 10 ਆਣੀ ਆ ਤੇ ਜੇ ਆ ਨੰਬਰ ਮੇਰਾ ਵੱਧ ਕੇ 6 ਹੋ ਜਾਂਦਾ ਤੇ ਆ ਸਾਰੀ ਟਰਮ ਘਟ ਕੇ 4 ਬਣੂ ਤਦੇ ਟਰਮ ਕਾਂਸਟੈਂਟ ਆਊਗੀ Yes, sir. ਇਹਦਾ ਮਤਲਬ ਇਹ ਹੋਇਆ ਜੇ ਮੇਰੇ ਕੋਲ ਕਿਸੇ ਪੁਆਇੰਟ ਦੇ ਉੱਤੇ ਲਿਕੁਇਡ ਦਾ ਪ੍ਰੈਸ਼ਰ ਜਿਹੜਾ ਘਟਦਾ ਵਾ ਕਿਉਂਕਿ ਪ੍ਰੈਸ਼ਰ એનર્ਜੀ ਨੂੰ ਪਰ ਯੂਨਿਟ ਵੋਲੀਅਮ ਬਣਾਉਣ ਵਾਲੀ ਟਰਮ ਪ੍ਰੈਸ਼ਰ ਜੇ ਮੇਰੇ ਕੋਲ ਕਿਸੇ ਐਂਡ ਦੇ ਅਕ੍ਰੋਸ ਪ੍ਰੈਸ਼ਰ ਘਟੇਗਾ ਪ੍ਰੈਸ਼ਰ ਡਿਕਰੀਜ਼ ਕਰੇਗਾ ਤੇ ਉਸ ਐਂਡ ਦੇ ਅਕ੍ਰੋਸ ਲਿਕੁਇਡ ਦੀ ਵੈਲੋਸਿਟੀ ਵਾਜੂ Yes, sir. ਓਏ ਮੈਂ ਟਰਮ ਫੇਰ ਰਿਪੀਟ ਕਰ ਰਿਹਾ ਟਰਮ ਧਿਆਨ ਨਾਲ ਸਮਝ ਲਓ ਪੁੱਤ ਇਸੇ ਲਾਈਨ ਦੇ ਬਿਹਾਫ ਤੇ ਆਪਾਂ ਇਹਦੀਆਂ ਕਿੰਨੀਆਂ ਸਾਰੀਆਂ ਐਗਜ਼ਾਮਪਲ ਜਿਹੜੀਆਂ ਨੇ ਜਾਂ ਐਪਲੀਕੇਸ਼ਨ ਐਕਸਪਲੇਨ ਕਰਦੇ ਆ ਆਪਾਂ ਇਹ ਕਹਿ ਰਹੇ ਹਾਂ ਕਿ ਜੇ ਆ ਟਰਮ ਰਿਡਿਊਸ ਹੋਏਗੀ ਤੇ ਆ ਓਵਰਆਲ ਸਾਰੀ ਟਰਮ ਨੂੰ ਵਧਣਾ ਪਏਗਾ
ठीक है, ताकि मेरी सम टोटल कांस्टेंट आवे, ये चो हाफ चेंज नहीं होना। लिक्विड ਜਿਹੜਾ ਪਾਈਪ ਚ ਫਲੋ ਕਰਦਾ ਪਿਆ ਉਹਦੀ ਡੈਂਸਿਟੀ ਫਿਕਸ ਵਾ, ਇਹਦੇ ਨਾਲ ਪ੍ਰੈਸ਼ਰ ਤੇ ਵੈਲੋਸਿਟੀ ਇਹ ਦੋਨੋਂ ਦੇ ਦੋਨੋਂ ਰੈਸਿਪਰੋਕਲ ਵੇਰੀ ਕਰੂਗੇ। Yes, sir. ਓਏ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ? Yes, sir. Yes, sir. Yes, sir. ਇਹਦਾ Yes, sir. ਮਤਲਬ ਜਿਸ ਜਦੋਂ ਕਿਸੇ ਥਾਂ ਤੇ ਜੇ ਮੇਰੇ ਕੋਲ ਪ੍ਰੈਸ਼ਰ ਵੱਧਦਾ ਕਿਸੇ ਫਲੂਇਡ ਦਾ, ਠੀਕ ਹੈ, ਤਾਂ ਜਿੱਥੇ ਮੇਰੇ ਕੋਲ ਕਿਸੇ ਫਲੂਇਡ ਦਾ ਪ੍ਰੈਸ਼ਰ ਵਧੂਗਾ ਉਸ ਥਾਂ ਤੇ ਲਿਕੁਇਡ ਦੇ ਫਲੋ ਕਰਨ ਦੀ ਵੈਲੋਸਿਟੀ ਜਿਹੜੀ ਉਹ ਘਟ ਜੂਗੀ। Yes, sir. Yes, ਤੇ sir. ਮੇਰੇ ਕੋਲ ਪ੍ਰੈਸ਼ਰ ਘਟਣਾ ਉੱਤੇ ਵੈਲੋਸਿਟੀ ਵਧਣੀ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਕਿਸੇ ਮੂਵਮੈਂਟ ਤੇ ਆਪਣੀ એનર્ਜੀ ਕੰਜ਼ਰਵ ਹੋਏਗੀ ਕਿਸੇ ਵੀ ਫਲੋਇੰਗ ਫਲੂਇਡ ਦੀ, ਠੀਕ ਹੈ ਜੀ, ਤੇ ਉਹਦੇ ਅੰਦਰ ਪ੍ਰੈਸ਼ਰ ਤੇ ਵੈਲੋਸਿਟੀ ਇੱਕ ਦੂਜੇ ਦੇ ਰੈਸਿਪਰੋਕਲ ਵੇਰੀ ਕਰੂਗੇ। Yes, sir. ਇਹਦੀ ਸਭ ਤੋਂ ਸਿੰਪਲੈਸਟ ਇੱਕ ਐਗਜ਼ਾਮਪਲ ਦਿੰਨਾ। ਅਸੀਂ ਕਹਿੰਦੇ ਜੀ ਜਦੋਂ ਹਾਰਟ ਅਟੈਕ ਆਂਦਾ, ਜਦੋਂ, ਠੀਕ ਹੈ, ਜਦੋਂ ਅਸੀਂ ਕਹਿੰਦੇ ਜੀ ਹਾਰਟ ਅਟੈਕ ਆਂਦਾ ਤੇ ਉਹਦਾ ਬੇਸਿਕ ਕਾਜ਼ ਜਿਹੜਾ ਵਾ ਉਹ ਬਰਨੌਲੀ ਥਿਓਰਮ ਕਹਿੰਦਾ ਜੀ। ਬਰਨੌਲੀ ਥਿਓਰਮ ਉੱਤੇ ਕਿੱਦਾਂ ਲੱਗਦੀ ਆ? ਤੇ ਪੁੱਤ ਉਹਨੂੰ ਐਕਸਪਲੇਨ ਆਪਾਂ ਇਦਾਂ ਕਰ ਸਕਦੇ ਕਿ ਜਦੋਂ ਮੇਰੀ ਆਰਟਰੀਜ਼ ਜਿਹੜੀਆਂ ਨੇ, ਜਦੋਂ ਇਹਦੇ ਵਿੱਚ ਮੇਰੇ ਕੋਲ ਜਿਹੜਾ ਵਾ ਕੋਲੇਸਟ੍ਰੋਲ ਡਿਪੋਜ਼ਿਟ ਹੁੰਦਾ, ਆਰਟਰੀ ਚ ਹੁੰਦਾ ਕਿ ਵੇਨ ਚ ਹੁੰਦਾ? पता नहीं सर। ਹੈ ਉਹ ਮੈਡੀਕਲ ਵਾਲੇ ਉਹ Yes, sir. ਜਦੋਂ ਆਰਟਰੀ ਦੇ ਵਿੱਚ ਤੁਹਾਡਾ ਬਲੱਡ ਫਲੋ ਕਰਦਾ, ਤੁਸੀਂ ਕਹਿੰਦੇ ਜੀ ਜੇ ਆਰਟਰੀ ਦੇ ਵਿੱਚ ਮੇਰਾ ਕੋਲੇਸਟ੍ਰੋਲ ਡਿਪੋਜ਼ਿਟ ਹੋਈ ਜਾਂਦਾ ਤੇ ਪੁੱਤ ਕੋਲੇਸਟ੍ਰੋਲ ਦੇ ਡਿਪੋਜ਼ਿਟ ਹੋਣ ਕਰਕੇ ਆ ਜਿਹੜਾ ਕ੍ਰਾਸ ਸੈਕਸ਼ਨਲ ਏਰੀਆ ਹੋਏਗਾ ਇਹ ਰਿਡਿਊਸ ਹੁੰਦਾ ਜਾਊਗਾ। Yes, sir. Yes, ਤੇ ਜੇ ਇਹ ਰਿਡਿਊਸ ਹੁੰਦਾ ਜਾਏਗਾ ਤੇ ਆਪਾਂ ਦੋ ਚੀਜ਼ਾਂ ਅਪਲਾਈ ਕਰਨੇ ਆ, ਇੱਕ ਇਕੁਏਸ਼ਨ ਆਫ ਕੰਟੀਨਿਊਟੀ, ਇੱਕ ਬਰਨੌਲੀ ਥਿਓਰਮ। ਇਕੁਏਸ਼ਨ ਆਫ ਕੰਟੀਨਿਊਟੀ ਦੇ ਅਕੋਰਡਿੰਗਲੀ ਏਰੀਆ ਵੈਲੋਸਿਟੀ ਦੇ ਰੈਸਿਪਰੋਕਲ ਆ, ਏਰੀਆ ਵੈਲੋਸਿਟੀ ਦੇ ਰੈਸਿਪਰੋਕਲ ਆ, ਤੇ ਇਹਦੇ ਅਕੋਰਡਿੰਗਲੀ ਵੈਲੋਸਿਟੀ ਅੱਗੇ ਪ੍ਰੈਸ਼ਰ ਦੇ ਰੈਸਿਪਰੋਕਲ ਆ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਆਟਮ ਇਦਾਂ ਬਣ ਜਾਓ। Yes, sir. yes, sir. Yes, sir. ਇਹਦੇ ਬਿਹਾਫ ਦੇ ਉੱਤੇ ਕੰਟੀਨਿਊ ਕਰੀਏ। ਜਦੋਂ ਆਰਟਰੀ ਦੇ ਵਿੱਚ ਉਹ ਕਹਿੰਦਾ ਜੀ ਕੋਲੇਸਟ੍ਰੋਲ ਡਿਪੋਜ਼ਿਟ ਹੋਈ ਆ ਰਿਹਾ ਨਾ, ਤੇ ਇਹ ਆਰਟਰੀ ਦਾ ਸਾਈਜ਼ ਜਿਹੜਾ ਹੋਏਗਾ ਇਹ ਰਿਡਿਊਸ ਹੁੰਦਾ ਜਾਂਦਾ। ਅਸੀਂ ਨਾਰਮਲੀ ਇਹ ਕਹਿੰਦੇ ਕਿ ਵੀ ਉਹਨਾਂ ਦਾ ਜਿਹੜਾ ਸਟੈਂਟ ਪਿਆ ਜੀ, ਹਨਾ, ਉਹ ਕਹਿੰਦਾ ਜੀ ਸਟੈਂਟ ਕਿਉਂ ਪਿਆ? ਉਹ ਕਹਿੰਦਾ ਜੀ ਕਿਉਂਕਿ ਉਹਨਾਂ ਦੀ ਆਰਟਰੀ ਜਿਹੜੀਆਂ ਬਲੌਕ ਹੋ ਗਈਆਂ। ਤੇ ਪੁੱਤ ਉਹਦਾ ਬੇਸਿਕਲੀ ਮਤਲਬ ਇਹ ਹੋਏਗਾ ਜਦੋਂ ਇਹਦੇ ਅੰਦਰ ਕੋਲੇਸਟ੍ਰੋਲ ਦੀ ਡਿਪੋਜੀਸ਼ਨ ਹੁੰਦੀ ਜਾ ਰਹੀ ਆ, ਉਹਦੇ ਕਰਕੇ ਇਹਦਾ ਸਾਈਜ਼ ਜਿਹੜਾ ਹੋਏਗਾ ਇਹ ਰਿਡਿਊਸ ਹੋਈ ਜਾਂਦਾ। ਤੇ ਜਦੋਂ ਇਹਦਾ ਸਾਈਜ਼ ਰਿਡਿਊਸ ਹੋਏਗਾ ਤੇ ਏਰੀਆ ਆਫ ਕ੍ਰਾਸ ਸੈਕਸ਼ਨ ਆਫ ਆਰਟਰੀ ਜਿੱਦਾਂ ਇਹਦਾ ਡਿਕਰੀਜ਼ ਹੁੰਦਾ ਜਾਏਗਾ, ਇਹ ਚੋਂ ਫਲੋ ਕਰਨ ਵਾਲੇ ਬਲੱਡ ਦੀ ਵੈਲੋਸਿਟੀ ਜਿਹੜੀ ਉਹ ਵਧਣੀ ਸ਼ੁਰੂ ਹੋਊ। Yes, sir. Yes, Yes. sir. Yes, sir. ਬਲੱਡ ਇਹਦੇ ਅੰਦਰ ਵਧੇਗਾ, ਹਨਾ, ਵੈਲੋਸਿਟੀ ਆਫ ਬਲੱਡ ਵਧੂਗਾ। ਤੇ ਇਸ ਕੈਪਿਲਰੀ ਟਿਊਬ ਯਾਨੀ ਜਿਹੜੀ ਆ ਆਰਟਰੀ ਦੀ ਪਾਈਪ ਹੋਏਗੀ, ਜਦੋਂ ਇਹਦੇ ਅਕ੍ਰੋਸ ਏਰੀਆ ਆਫ ਕ੍ਰਾਸ ਸੈਕਸ਼ਨ ਘਟ ਗਿਆ ਔਰ ਇੱਥੇ ਲਿਕੁਇਡ ਦੀ ਯਾਨੀ ਬਲੱਡ ਦੀ ਵੈਲੋਸਿਟੀ ਵਧ ਗਈ, ਤੇ ਵੈਲੋਸਿਟੀ ਦੇ ਵਧਣ ਕਰਕੇ ਅਸੀਂ ਕਹਿੰਦੇ ਜੇ ਇਸ ਪੂਰੀ ਆਰਟਰੀ ਦੇ ਉੱਤੇ ਬਰਨੌਲੀ ਥਿਓਰਮ ਲੱਗਦੀ ਆ ਤੇ ਇਹਦੇ ਅੰਦਰ ਜਿਹੜਾ ਲਿਕੁਇਡ ਦਾ ਪ੍ਰੈਸ਼ਰ ਹੋਏਗਾ ਉਹ ਘਟ ਜੂ। Yes, sir. ਤੇ ਜੇ Yes, sir. ਅੰਦਰ ਪ੍ਰੈਸ਼ਰ ਰਿਡਿਊਸ ਹੋਏਗਾ ਤੇ ਇਹਦੇ ਬਾਹਰਲੇ ਪਾਸੇ ਪ੍ਰੈਸ਼ਰ ਜਿਹੜਾ ਵਾ ਉਹ ਜ਼ਿਆਦਾ ਹੋਊ। Yes, sir. ਇਹਦਾ ਮਤਲਬ ਇਹ ਹੋ ਗਿਆ ਆਰਟਰੀ ਦੇ ਬਾਹਰਲੇ ਪਾਸੇ ਪ੍ਰੈਸ਼ਰ ਵੱਧ ਰਿਹਾ, ਅੰਦਰਲੇ ਪਾਸੇ ਪ੍ਰੈਸ਼ਰ ਘਟ ਰਿਹਾ, ਤੇ ਉਹ ਇਹਨੂੰ ਹੋਰ ਸਕਵੀਜ਼ ਕਰਦਾ ਜਾਊਗਾ। Yes, sir. ਤੇ ਜੇ ਉਹ ਇਹਨੂੰ ਹੋਰ ਸਕਵੀਜ਼ ਕਰਦਾ ਜਾਏਗਾ, ਸਕਵੀਜ਼ ਹੁੰਦੇ ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਰਿਡਿਊਸ ਹੁੰਦਾ ਚਲਾ ਜਾਣਾ, ਵੈਲੋਸਿਟੀ ਆਫ ਬਲੱਡ ਇਹਦੇ ਵਿੱਚ ਦੀ ਹੋਰ ਸਪੀਡ ਨਾਲ ਨਿਕਲਣਾ ਚਾਹੂਗਾ, ਜਿਹਦੇ ਕਰਕੇ ਅੰਦਰਲੇ ਪਾਸੇ ਪ੍ਰੈਸ਼ਰ ਹੋਰ ਘਟੇਗਾ ਤੇ ਬਾਹਰੋਂ ਪ੍ਰੈਸ਼ਰ ਵਧੀ ਜਾਣਾ। ਅਲਟੀਮੇਟਲੀ ਇੱਕ ਪੋਜੀਸ਼ਨ ਤੇ ਆ ਕੇ ਅਸੀਂ ਕਹਿੰਦੇ ਜੀ ਇਹਨੇ ਆਰਟਰੀ ਨੂੰ ਬਲੌਕ ਕਰ ਦੇਣਾ, ਔਰ ਜਦੋਂ ਮੇਰੀ ਉਹ ਆਰਟਰੀ ਬਲੌਕ ਹੁੰਦੀ ਅਸੀਂ ਕਹਿੰਦੇ ਜੀ ਦੈਟ ਇਜ਼ ਦਾ ਮੇਨ ਕਾਜ਼ ਫॉर ਦਾ ਕਹਿੰਦਾ ਜੀ ਹਾਰਟ ਅਟੈਕ। ਇਹਦਾ ਮਤਲਬ ਉਹ ਮੇਰੇ ਕੋਲ ਹਾਰਟ ਅਟੈਕ ਦਾ ਜਿਹੜਾ ਮੇਨ ਕਾਜ਼ ਹੈ ਕਹਿੰਦਾ ਜੀ ਉਹ ਇਹ ਪ੍ਰੋਬਲਮ ਆ ਜਾਏਗੀ। ਕੀ ਗੱਲ ਸਮਝ ਲੱਗੀ? Yes, sir. Yes, sir. ਇਹ ਇੱਕ ਐਗਜ਼ਾਮਪਲ ਉਹਦੀ ਐਕਸਪਲੇਨ ਕਰਦਾ। ਇਹਦੀ ਆਪਾਂ ਇੱਕ ਐਗਜ਼ਾਮਪਲ ਉਹਦੀ ਹੋਰ ਲੈ ਲੈਨੇ। ਕਹਿੰਦਾ ਜੀ ਐਗਜ਼ਾਮਪਲ ਇਹ ਬਣ ਜਾਂਦੀ ਕਿ ਵੀ ਤੁਹਾਡੇ ਕੋਲ ਬਲੋਇੰਗ ਆਫ ਦਾ ਰੂਫ ਡਿਊਰਿੰਗ ਵਿੰਡ ਸਟੋਰਮ। ਕਹਿੰਦਾ ਜੀ ਜੇਕਰ ਕਿਸੇ ਦੇ ਕੱਚੇ ਮਕਾਨ, ਜੇਕਰ ਕਿਸੇ ਦੀਆਂ ਛੱਤਾਂ ਜਿਹੜੀਆਂ ਨੇ ਉਹਨਾਂ ਦੇ ਮਕਾਨ ਕੱਚੇ ਆ, ਤੇ ਕਈ ਵਾਰੀ ਜਦੋਂ ਬਹੁਤ ਤੇਜ਼ ਹਨੇਰੀ ਆਉਂਦੀ ਨਾ ਅਸੀਂ ਕਹਿੰਦੇ ਜੋ ਛੱਤਾਂ ਉੱਡ ਜਾਂਦੀਆਂ,
ठीक है, ਉਹਦਾ cause ਜੇ ਲੈ ਕੇ ਚਲੀ ਉਹ ਵੀ ਬਰਨੌਲੀ ਥਿਓਰਮ। ਉਹ ਕਹਿੰਦਾ ਪੁੱਤ ਜਦੋਂ ਐਸਾ ਚ ਵਿੰਡ ਬਲੋ ਕਰਦੀ ਆ, ਜੇ ਆ ਛੱਤ ਹੋਵੇ, ਠੀਕ ਹੈ, ਤੇ ਜਦੋਂ ਵਿੰਡ ਬਲੋ ਕਰਦੀ ਬਹੁਤ ਹਾਈ ਸਪੀਡ ਤੇ ਹਾਈ ਸਪੀਡ ਤੇ ਬਾਹਰੋਂ ਵਿੰਡ ਦੇ ਬਲੋ ਕਰਨ ਕਰਕੇ ਆ ਬਾਹਰ ਵਾਲਾ ਪੋਰਸ਼ਨ ਜਿਹੜਾ ਵਾ, ਇੱਥੇ ਮੇਰੇ ਕੋਲ ਐਸਾ ਚ ਹਾਈ ਵੈਲੋਸਿਟੀ ਤੇ ਲੋ ਪ੍ਰੈਸ਼ਰ ਰੀਜਨ ਬਣ ਜਾਣਾ, ਤੇ ਅੰਦਰਲੇ ਪਾਸੇ ਝੌਂਪੜੀ ਦੇ ਅੰਦਰਲੇ ਪਾਸੇ ਮੇਰੇ ਕੋਲ ਜਿਹੜੀ 에ਅਰ ਦੀ ਵੈਲੋਸਿਟੀ ਘੱਟ ਵਾ, ਹਨਾ, ਤੇ ਅੰਦਰਲੇ ਪਾਸੇ ਲੋ ਵੈਲੋਸਿਟੀ ਤੇ ਹਾਈ ਪ੍ਰੈਸ਼ਰ ਰੀਜਨ ਬਣ ਜਾਓ। Yes, sir. ਤੇ ਉਹਦੇ ਕਰਕੇ ਕੀ ਹੋਏਗਾ, ਅੰਦਰਲੇ ਪਾਸੇ ਮੇਰੇ ਕੋਲ ਜਿਹੜਾ ਵਾ ਉਹ ਹਾਈ ਪ੍ਰੈਸ਼ਰ ਰੀਜਨ ਆ, ਬਾਹਰਲੇ ਪਾਸੇ ਘੱਟ ਪ੍ਰੈਸ਼ਰ ਦਾ ਰੀਜਨ ਆ, ਜਿਹਦੇ ਕਰਕੇ ਇਹਦੇ ਦੋ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਕ੍ਰੀਏਟ ਹੋ ਜਾਊਗਾ। Yes, sir. ਤੇ ਜਦੋਂ ਇਹਦੇ ਦੋ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਕ੍ਰੀਏਟ ਹੋਇਆ, ਉਹਦੇ ਵਿੱਚ ਥੱਲੜੇ ਪਾਸਿਓਂ ਪ੍ਰੈਸ਼ਰ ਜ਼ਿਆਦਾ ਪੈਂਦਾ ਪਿਆ, ਉਹ ਇਸ ਮੂਵਮੈਂਟ ਦੇ ਉੱਤੇ, ਇਸ ਰੂਫ ਦੇ ਉੱਤੇ ਪ੍ਰੈਸ਼ਰ ਅਪਵਰਡ ਡਾਇਰੈਕਸ਼ਨ ਚ ਲਗਾਏਗਾ। Yes, sir. Yes, sir. ਤੇ ਜਦੋਂ ਨੇ ਅਪਵਰਡ ਡਾਇਰੈਕਸ਼ਨ ਚ ਪ੍ਰੈਸ਼ਰ ਲਗਾਉਣਾ, ਅਸੀਂ ਕਹਿੰਦੇ ਜੀ ਉਹ ਛੱਤ ਨੂੰ ਉਹਦੇ ਉਡਾ ਸਕਦਾ ਵਾ, ਠੀਕ ਹੈ। ਇਹਦਾ ਮਤਲਬ ਇਹ ਹੋ ਗਿਆ ਉਸ ਮੂਵਮੈਂਟ ਤੇ ਵੀ ਸਾਡੇ ਕੋਲ ਜਿਹੜੀ ਆ, ਅਸੀਂ ਕਹਿੰਦੇ ਜੀ ਬਰਨੌਲੀ ਥਿਓਰਮ ਐਪਲੀਕੇਬਲ ਆ। ਇੰਨੀ ਗੱਲ ਸਮਝ ਲੱਗੀ? Yes, sir. ਇਦਾਂ ਹੀ ਇਹਦੀ ਇੱਕ ਐਪਲੀਕੇਸ਼ਨ ਅਸੀਂ ਇਹ ਦਿੰਨੇ, ਕਹਿੰਦਾ ਜੀ ਜਿਹੜੇ ਐਰੋਪਲੇਨ ਦੇ ਵਿੰਗਸ ਨੇ, ਠੀਕ ਹੈ ਨਾ, ਐਰੋਪਲੇਨ ਦੇ ਵਿੰਗਸ ਦੀ ਡਿਜ਼ਾਈਨਿੰਗ ਇਸ ਹਿਸਾਬ ਨਾਲ ਕੀਤੀ ਜਾਂਦੀ ਆ, ਉਹਦੇ ਜਿਹੜੇ ਵਿੰਗਸ ਦੀ ਕਰਵੇਚਰ ਆ ਉਹ ਇਸ ਹਿਸਾਬ ਨਾਲ ਬਣਾਈ ਜਾਂਦੀ ਕਿ ਥੱਲੜੇ ਪਾਸੇ ਹਾਈ ਪ੍ਰੈਸ਼ਰ ਰੀਜਨ ਬਣੇ, ਉੱਪਰਲੇ ਪਾਸੇ ਲੋ ਪ੍ਰੈਸ਼ਰ ਰੀਜਨ। ਮਤਲਬ ਉੱਪਰ 에ਅਰ ਦੀ ਵੈਲੋਸਿਟੀ ਜ਼ਿਆਦਾ ਹੋਏਗੀ ਤੇ ਪ੍ਰੈਸ਼ਰ ਆਫ 에ਅਰ ਘੱਟ ਹੋਏਗਾ। ਥੱਲੜੇ ਪਾਸੇ ਮੇਰੇ ਕੋਲ ਜਿਹੜਾ ਵਾ 에ਅਰ ਦਾ ਪ੍ਰੈਸ਼ਰ ਜ਼ਿਆਦਾ ਹੋਊ ਤੇ ਵੈਲੋਸਿਟੀ ਘੱਟ ਆ, ਜਿਹਦੇ ਨਾਲ ਇਹਦਾ ਪ੍ਰੈਸ਼ਰ ਜਿਹੜਾ ਵਾ, ਠੀਕ ਹੈ ਜੀ, ਉਹ ਅਪਵਰਡ ਡਾਇਰੈਕਸ਼ਨ ਚ ਲੱਗੇਗਾ, ਤੇ ਉਹ ਅਪਵਰਡ ਡਾਇਰੈਕਸ਼ਨ ਚ ਪ੍ਰੈਸ਼ਰ ਜਿਹੜਾ ਇਸ ਵਿੰਗਸ ਨੂੰ ਅਪਵਰਡ ਲਿਫਟ ਕਰੇਗਾ। ਯਾਨੀ ਐਰੋਪਲੇਨ ਦੀ ਲਿਫਟਿੰਗ ਦੇ ਅੰਦਰ, ਠੀਕ ਹੈ ਜੀ, ਅਸੀਂ ਕਹਿੰਦਾ ਜੀ ਐਸ ਚ ਬਰਨੌਲੀ ਥਿਓਰਮ ਦਾ ਕਨਸੈਪਟ ਲਗਾਉਂਦੇ ਹਾਂ। ਕਿਆ ਇੰਨੀ ਗੱਲ ਸਮਝ ਲੱਗੀ? Yes, sir. ਕੋਈ ਸਮਝ ਲੱਗਦਾ ਪਿਆ? Yes, sir. Yes, sir. Yes, sir. ਤੇ ਇੱਕ Yes, sir. ਐਗਜ਼ਾਮਪਲ ਹੋਰ ਦੇ ਰਿਹਾ, ਇਹਦੀ ਇੱਕ ਐਗਜ਼ਾਮਪਲ ਹੋਰ ਦੇ ਰਿਹਾ, ਮੋਸ਼ਨ ਆਫ ਟੂ ਪੈਰਲਲ ਬੋਟ। ਠੀਕ ਹੈ ਜੀ, ਅਸੀਂ ਕਹਿੰਦੇ ਜੀ ਜਦੋਂ ਦੋ ਬੋਟਸ ਜਿਹੜੀਆਂ ਨੇ, ਹਨਾ, ਇਹਨਾਂ ਦੀ ਰੇਸ ਚੱਲਦੀ ਹੋਵੇ ਔਰ ਇੱਕ ਦੂਜੇ ਦੇ ਨੀਅਰ ਬਾਈ ਮੂਵ ਕਰਦੀਆਂ ਪਈਆਂ, ਤੇ ਇਹਨਾਂ ਦੇ ਐਸ ਸੱਚ ਉਲਟਣ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਨੇ। ਕਹਿੰਦਾ ਵੀ ਉਹਦਾ ਕਾਰਨ ਵੀ ਅਸੀਂ ਇਹ ਲੈਨੇ ਕਿ ਜੇ ਮੰਨ ਲਓ ਜਦੋਂ ਦੋ ਬੋਟਸ ਚੱਲਦੀਆਂ ਪਈਆਂ ਪੈਰਲਲ ਦੇ ਅੰਦਰ, ਇਹਨੂੰ ਚਲਾਉਣ ਵਾਲੇ ਜਿਹੜੇ ਉਹ ਚੱਪੂ ਚਲਾਉਂਦੇ ਪਏ ਆ, ਹਨਾ, ਆ ਸੈਂਟਰਲ ਪੋਰਸ਼ਨ ਜਿਹੜਾ ਕਾਮਨ ਬਣੇਗਾ, ਇਹਦੇ ਵਿੱਚ ਦੋਨੋਂ ਪਾਣੀ ਨੂੰ ਮੂਵ ਕਰਾ ਰਹੇ ਆ, ਜਦ ਕਿ ਇਧਰਲੇ ਪਾਸੇ ਆਊਟਰ ਚ ਤੇ ਇਧਰਲੇ ਪਾਸੇ ਆਊਟਰ ਚ ਜਿਹੜਾ ਬੰਦਾ ਬੈਠਾ ਵਾ, ਬਾਹਰਲੇ ਪਾਸੇ ਵੈਲੋਸਿਟੀ ਲਿਕੁਇਡ ਦੀ ਘੱਟ ਹੋਏਗੀ ਕਿਉਂਕਿ ਉਧਰ ਇੰਡੀਵਿਜੂਅਲ ਚਲਾਉਂਦੇ ਪਏ, ਤੇ ਸੈਂਟਰ ਵਾਲੇ ਪਾਣੀ ਨੂੰ ਦੋਨੋਂ ਜਣੇ ਇਕੱਠਾ ਲਾਉਂਦੇ ਪਏ। ਤੇ ਇਹਦਾ ਮਤਲਬ ਕੀ ਹੋਏਗਾ, ਸੈਂਟਰ ਦੇ ਵਿੱਚ ਵੈਲੋਸਿਟੀ ਜਿਹੜੀ ਉਹ ਵੱਧ ਜਾਣੀ ਹੈ ਲਿਕੁਇਡ ਦੀ, ਠੀਕ ਹੈ, ਤੇ ਪ੍ਰੈਸ਼ਰ ਘਟ ਜਾਣਾ, ਤੇ ਬਾਹਰਲੇ ਪਾਸੇ ਮੇਰੇ ਕੋਲ ਜਿਹੜਾ ਹੋਏਗਾ ਉੱਤੇ ਵੈਲੋਸਿਟੀ ਘਟ ਹੈ ਤੇ ਪ੍ਰੈਸ਼ਰ ਵੱਧ ਜਾਣਾ। ਅਲਟੀਮੇਟ ਨੈਟ ਪ੍ਰੈਸ਼ਰ ਅੰਦਰ ਨੂੰ ਲੱਗੂ। Yes, sir. ਤੇ ਜਦੋਂ Yes, sir. ਜਦੋਂ ਨੈਟ ਪ੍ਰੈਸ਼ਰ ਅੰਦਰ ਨੂੰ ਲੱਗਣਾ, ਤੇ ਅਸੀਂ ਕਹਿੰਦੇ ਜੀ ਉਹ ਬੋਟਸ ਜਿਹੜੀਆਂ ਨੇ ਇੱਕ ਦੂਜੇ ਨਾਲ ਕੋਲੈਪਸ ਕਰ ਸਕਦੀਆਂ। ਇਹਦਾ ਮਤਲਬ ਉਸ ਬੋਟ ਦੀ ਕੋਲੈਪਸਿੰਗ ਦੇ ਅੰਦਰ ਜਿਹੜਾ ਵਾ ਅਸੀਂ ਕਨਸੈਪਟ ਬਰਨੌਲੀ ਥਿਓਰਮ ਦਾ ਲਗਾ ਸਕਦੇ। Yes, sir. ਚਲੋ ਲਾਸਟ ਐਗਜ਼ਾਮਪਲ ਆ, ਠੀਕ ਹੈ ਜੀ, ਬਰਨੌਲੀ ਥਿਓਰਮ ਦੀ ਇੱਕ ਹੋਰ ਐਪਲੀਕੇਸ਼ਨ ਇਹਦੀ। ਉੱਥੇ ਅਸੀਂ ਇਹ ਕਹਿੰਦੇ ਕਿ ਜਿੱਦਾਂ ਮੰਨ ਲਓ ਤੁਸੀਂ ਕਿਤੇ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਤੇ ਖੜੇ ਹੋ, ਠੀਕ ਹੈ, ਔਰ ਬਹੁਤ ਹਾਈ ਸਪੀਡ ਤੇ ਟ੍ਰੇਨ ਨਿਕਲਦੀ ਹੋਵੇ ਤੁਹਾਡੇ ਲਾਗੇ ਦੀ, ਤੇ ਨਾਰਮਲੀ ਪੇਰੈਂਟ ਜਿਹੜੇ ਆ ਨਿੱਕੇ ਨਿਆਣਿਆਂ ਨੂੰ ਪਿੱਛੇ ਖਿੱਚ ਲੈਂਦੇ ਆ। ਉਹਦਾ ਕਾਜ਼ ਵੀ ਬਰਨੌਲੀ ਥਿਓਰਮ, ਕਿਉਂਕਿ ਜਦੋਂ ਮੰਨ ਲਓ ਐਸਾ ਚ ਮੈਂ ਕਿਸੇ ਥਾਂ ਦੇ ਉੱਤੇ ਖੜਾ ਔਰ ਮੇਰੇ ਅੱਗੇ ਟ੍ਰੇਨ ਨਿਕਲ ਕੇ ਜਾਣੀ ਆ, ਹਨਾ, ਤੇ ਉਸ ਮੂਵਮੈਂਟ ਤੇ ਕੀ ਹੋਏਗਾ, ਉਹ ਟ੍ਰੇਨ ਦੇ ਹਾਈ ਸਪੀਡ ਤੇ ਹੋਣ ਕਰਕੇ ਮੇਰੇ ਤੇ ਟ੍ਰੇਨ ਦੇ ਵਿੱਚ ਗੱਬੇ ਜਿਹੜਾ ਵਾ ਰੀਜਨ ਬਣਿਆ ਉਹ ਲੋ ਪ੍ਰੈਸ਼ਰ ਰੀਜਨ ਬਣ ਜਾਣਾ। ਮੇਰੇ ਪਿਛਲੇ ਪਾਸੇ ਜਿਹੜਾ ਵਾ ਉੱਤੇ 에ਅਰ ਦੀ ਵੈਲੋਸਿਟੀ ਘੱਟ ਹੋਣ ਕਰਕੇ ਉਹ ਹਾਈ ਪ੍ਰੈਸ਼ਰ ਰੀਜਨ ਬਣ ਜੂ। ਅਲਟੀਮੇਟਲੀ ਮੇਰੇ ਤੇ ਨੈਟ ਪ੍ਰੈਸ਼ਰ ਅੱਗੇ ਨੂੰ ਲੱਗੂ। Yes, sir. Yes, sir. ਤੇ ਜਦੋਂ Yes, sir. ਪ੍ਰੈਸ਼ਰ ਅੱਗੇ ਨੂੰ ਲੱਗੂ ਤੇ ਮਤਲਬ ਹਵਾ ਮੈਨੂੰ ਅੱਗੇ ਨੂੰ ਧੱਕਾ ਮਾਰੇਗੀ ਟ੍ਰੇਨ ਵੱਲ ਨੂੰ, ਤੇ ਇਹਦਾ ਮਤਲਬ ਪਰਸਨ ਦੇ ਜਿਹੜਾ ਵਾ ਉਹ ਟਰੈਕ ਤੇ ਕਹਿੰਦਾ ਜੀ ਡਿੱਗਣ ਦੇ ਚਾਂਸ ਹੋ ਜਾਂਦੇ। ਇਹ ਮਤਲਬ ਉਸ ਮੂਵਮੈਂਟ ਤੇ ਵੀ ਜਿਹੜਾ ਕਨਸੈਪਟ ਆ ਉਹ ਬਰਨੌਲੀ ਥਿਓਰਮ ਦਾ ਐਪਲੀਕੇਬਲ। ਕਿਆ ਕਲੀਅਰ ਆ? Yes, sir. ਓਏ ਸਮਝ ਲੱਗਿਆ ਵਾ? ਹਾਂਜੀ Yes, sir. sir. Yes, sir. Yes, sir. Yes, sir. ਚਲੋ ਇੱਕ ਐਪਲੀਕੇਸ਼ਨ ਤੁਹਾਨੂੰ ਪੜਨ ਨੂੰ ਦੇਣ ਲੱਗਿਆ, ਪੇਪਰ ਵਾਸਤੇ ਬਹੁਤ ਇੰਪੋਰਟੈਂਟ ਹੋਏਗੀ, ਉਹ ਪੜ੍ਹੀ ਹੋਵੇ, ਕੱਲ ਉਹਦੀ ਡਿਸਕਸ਼ਨ ਕਰਕੇ ਫਿਰ ਮੈਂ ਅਗਲਾ ਚੈਪਟਰ ਜਿਹੜਾ ਉਹ ਸ਼ੁਰੂ ਕਰਾਂਗਾ। ਨੋਟ ਕਰ ਲਓ ਟੌਪਿਕ।
ਕਰਵਡ ਮੋਸ਼ਨ ਆਫ ਅ ਸਪਿਨਿੰਗ ਬਾਲ। ਜਦੋਂ ਬਾਲ ਤੁਹਾਡੀ ਸਪਿਨ ਕਰਦੀ ਆ, ਜਦੋਂ ਸਪਿਨ ਕਰਕੇ ਬਾਲ ਤੁਸੀਂ ਥਰੋ ਕਰਦੇ ਹੋ ਬਾਲ ਬੈਟਸਮੈਨ ਵੱਲ, ਤੇ ਬਾਲ ਦੀ ਸਪਿਨਿੰਗ ਦਾ ਬੇਸਿਕ ਕਾਜ਼ ਕੀ ਆ? ਏਅਰ ਚੋਂ ਜਾਂਦੇ ਜਾਂਦੇ ਬਾਲ ਸਪਿਨ ਕਿੱਦਾਂ ਕਰਦੀ? ਠੀਕ ਹੈ ਜੀ, ਇਟ ਇਜ਼ ਅਗੇਨ ਬੇਸਡ ਅਪਨ ਦਾ ਬਰਨੌਲੀ ਥਿਓਰਮ। ਤੁਹਾਡੀ ਬੁੱਕ ਦੇ ਵਿੱਚ ਟੌਪਿਕ ਤੁਹਾਨੂੰ ਲਿਖਿਆ ਮਿਲੇਗਾ ਕਰਵਡ ਮੋਸ਼ਨ ਆਫ ਸਪਿਨਿੰਗ ਬਾਲ, ਔਰ ਇਹਦਾ ਦੂਜਾ ਨਾਮ ਇਹਨੂੰ ਅਸੀਂ ਮੈਗਨਸ ਇਫੈਕਟ ਕਹਿੰਦੇ ਆ। ਠੀਕ ਹੈ, ਇਹ ਟੌਪਿਕ ਇੰਪੋਰਟੈਂਟ ਆ ਬੇਟੇ। ਠੀਕ ਹੈ, ਇੱਕ ਵਾਰੀ ਪੜ੍ਹਿਆ ਹੋਵੇ ਕੱਲ।